ਅੱਜ ਤੁਹਾਨੂੰ ਇੱਕ ਅਜਿਹੇ ਘਰ ਦੇ ਦਿਦਾਰੇ ਕਰਾਵਾਂਗੇ, ਇੱਕ ਅਜਿਹੇ ਪਰਿਵਾਰ ਦੇ ਦਿਦਾਰੇ ਕਰਾਵਾਂਗੇ ਜਿੱਥੇ ਇੱਕ ਛੱਤ ਹੇਠ ਤਿੰਨ ਪੀੜ੍ਹੀਆਂ ਸਾਹਿਤ, ਕਲਾ, ਰੰਗਮੰਚ ਤੇ ਲੇਖਣੀ ਦਾ ਪ੍ਰਵਾਹ ਚਲਾਉਂਦੇ ਨੇ। ਇੱਕ ਲੇਖਕ ਜਿਹੜਾ ਹੈ, ਜੇ ਉਹਦੀ ਚੌਥੀ ਪੀੜ੍ਹੀ ਵੀ ਸਾਹਿਤਕ ਖੇਤਰ 'ਚ ਹੋਵੇ, ਰੰਗਮੰਚੀ ਹੋਵੇ, ਲੇਖਕ ਹੋਣ, ਤੇ ਉਹ ਬਾਪ ਨੂੰ ਕਿੰਨੀ ਕੁ ਖੁਸ਼ੀ ਹੁੰਦੀ। ਕਿੱਦਾਂ ਦਾ ਪ੍ਰਵਾਹ ਚੱਲਿਆ, ਇਹ ਛੱਤ ਕਿੱਦਾਂ ਦੀ ਹੈ ਵੀ ਸਾਰੀਆਂ ਪੀੜ੍ਹੀਆਂ 'ਚ ਤੁਸੀਂ ਸਾਹਿਤਕਾਰ, ਰੰਗਮੰਚੀ ਬਣਾਤੇ, ਲੇਖਕ ਬਣਾਤੇ। ਇਹ ਬਸ ਇੱਕ ਕੁਦਰਤੀ ਗੱਲ ਹੈ, ਇਹ ਕੋਈ ਬਹੁਤਾ ਜ਼ੋਰ ਰੱਖਦਾ ਨਹੀਂ ਬਣਾਇਆ ਹੈ। ਉਂਗਲ ਤੇ ਜਦੋਂ ਉਂਗਲ ਖੜੀ ਹੁੰਦੀ ਹੈ, ਜੇ ਛਾਤੀ ਸਾਡੀ ਤੜੀ ਹੁੰਦੀ ਹੈ, ਅਸੀਂ ਕਿਸੇ ਅੱਗੇ ਅੱਜ ਤੱਕ ਝੁਕੇ ਨਹੀਂ। ਮੈਂ ਜੇਲ੍ਹਾਂ ਵਿੱਚ ਵੀ ਰਹੇ ਹਾਂ, ਮੈਂ ਤੇ ਵੀ ਇਕੱਠੇ ਰਹੇ ਹਾਂ, ਪਰ ਜੇ ਜੇਲ੍ਹ ਸੁਣਨ ਨੂੰ ਵੀ ਗੱਲ ਬੋਲਦਾ ਸੀ, ਉਹਨੂੰ ਵੀ ਗਲੋਂ ਫੜ ਹੁੰਦਾ ਸੀ। ਸਾਰੀ ਉਮਰ ਰੂਪ ਸਾਹਿਬ ਲਿਖਦੇ ਹੀ ਰਹੇ, ਤੇ ਜਦੋਂ ਤੁਸੀਂ ਇਹਨਾਂ ਦੇ ਕੋਲ ਬੈਠਦੇ ਸੀ, ਇਹ ਘੰਟਿਆਂ ਬੱਧੀ ਲਿਖਦੇ ਸੀ, ਤੇ ਕਿਵੇਂ ਫੀਲ ਕਰਦੇ? ਜੇ ਕਿਤੇ ਇਹਨਾਂ ਨੇ ਬੈਠੇ ਹੋਣਾ ਤੇ ਮੈਂ ਦੂਸਰੇ ਕਮਰੇ 'ਚ ਹੁੰਦੀ ਸੀ, ਮੈਂ ਫਟ ਉੱਤੇ ਚਲੀ ਜਾਂਦੀ ਸੀ। ਇੰਨਾ ਮੈਨੂੰ ਇੰਟਰਸਟਿੰਗ ਲੱਗਦਾ ਸੀਗਾ ਇਹ ਟਾਈਮ ਇਹਨਾਂ ਦੇ ਨਾਲ। ਜਿਵੇਂ ਰੂਪ ਜੀ ਗੱਲ ਕਰਦੇ ਨੇ ਕਿਰਤੀਆਂ ਦੀ, ਗਰੀਬਾਂ ਦੀ, ਕੁਚਲਿਆਂ ਦੀ, ਤੁਹਾਡੇ ਨਾਟਕ ਵਿੱਚ, ਤੁਹਾਡੀ ਲੇਖਣੀ 'ਚ ਕਿੱਦਾਂ ਦੀ ਆਵਾਜ਼ ਹੈ? ਕਈ ਐਕਟਰ ਹੁੰਦੇ ਨੇ ਨਾਟਕਾਂ 'ਚ ਕਾਮਯਾਬ ਹੋ ਜਾਂਦੇ ਨੇ, ਫਿਲਮਾਂ 'ਚ ਨਹੀਂ ਉਹ ਬਹੁਤਾ ਕਾਮਯਾਬ ਹੋ ਪਾਉਂਦੇ। ਕਈ ਫਿਲਮਾਂ 'ਚ ਬੜੇ ਸਕਸੈਸ ਹੁੰਦੇ ਨੇ, ਉਹ ਸਟੇਜ 'ਤੇ ਨਾਟਕਾਂ 'ਚ ਆ ਕੇ ਨਹੀਂ ਕਾਮਯਾਬ ਹੁੰਦੇ। ਇਹ ਦੋਹੇ ਅੱਡ ਅੱਡ ਵਿਧਾਵਾਂ, ਇਹਨਾਂ ਨੂੰ ਦੋਹਾਂ ਨੂੰ ਬਰਾਬਰ ਦੇ ਪੱਧਰ 'ਤੇ ਹੀ ਕਠਿਨ ਕਹਿ ਸਕਦੇ ਹਾਂ ਤੇ ਸੌਖਾ ਕਹਿ ਸਕਦੇ ਹਾਂ। ਵੱਡਾ ਲੇਖਕ ਬਣਨ ਲਈ ਉੱਚ ਯੋਗਤਾ ਜ਼ਰੂਰੀ ਨਹੀਂ, ਕੀ ਜ਼ਰੂਰੀ? ਜ਼ਿੰਦਗੀ ਦੀ ਜਿਹੜੀ ਪਰਿਭਾਸ਼ਾ ਹੈ, ਉਹਦਾ ਅੱਗੇ ਵਧਣਾ, ਸੰਘਰਸ਼ ਕਰਨਾ। ਜ਼ਿੰਦਗੀ ਜੇ ਤੁਸੀਂ ਆਪਣੇ ਤੁਸੀਂ ਸੰਘਰਸ਼ ਨਹੀਂ ਕਰਦੇ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਨਹੀਂ ਹੈ, ਤੁਸੀਂ ਉਹ ਆਪਣਾ ਮੁਰਦਾਪਣ ਹੈ। ਅੱਜ ਤੁਹਾਨੂੰ ਇੱਕ ਅਜਿਹੇ ਘਰ ਦੇ ਦਿਦਾਰੇ ਕਰਾਵਾਂਗੇ, ਇੱਕ ਅਜਿਹੇ ਪਰਿਵਾਰ ਦੇ ਦਿਦਾਰੇ ਕਰਾਵਾਂਗੇ ਜਿੱਥੇ ਇੱਕ ਛੱਤ ਹੇਠ ਤਿੰਨ ਪੀੜ੍ਹੀਆਂ ਸਾਹਿਤ, ਕਲਾ, ਰੰਗਮੰਚ ਤੇ ਲੇਖਣੀ ਦਾ ਪ੍ਰਵਾਹ ਚਲਾਉਂਦੇ ਨੇ। ਦਰਅਸਲ ਰਿਪੁਦਮਨ ਸਿੰਘ ਰੂਪ ਜਿਹੜੇ ਮਰਹੂਮ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਹੋਣਾ ਦੇ ਛੋਟੇ ਭਰਾ ਨੇ, ਉਹ ਇਸ ਘਰ ਵਿੱਚ ਰਹਿੰਦੇ ਨੇ, ਔਰ ਉਹਨਾਂ ਦੇ ਦੋ ਪੁੱਤਰ ਸੰਜੀਵਨ ਸਿੰਘ ਤੇ ਰਣਜੀਵਨ ਸਿੰਘ ਵੀ ਉਹਨਾਂ ਦੇ ਨਾਲ ਰਹਿੰਦੇ ਨੇ। ਜਿੱਥੇ ਰੂਪ ਸਾਹਿਬ ਲੇਖਣੀ ਤੇ ਸਾਹਿਤ ਦੇ ਮਹਾਰਥੀ ਨੇ, ਉੱਥੇ ਉਹਨਾਂ ਦੇ ਦੋਵੇਂ ਪੁੱਤਰ ਵੀ ਸੰਜੀਵਨ ਰੰਗਮੰਚ ਦਾ ਇੱਕ ਸਿਤਾਰਾ ਤੇ ਰਣਜੀਵਨ ਵੀ ਲੇਖਣੀ ਦਾ ਇੱਕ ਧਾਰਨੀ ਹੈ। ਉਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਹ ਜਿਹੜਾ ਰਾਗ ਬਸੇਰਾ ਹੈ, ਇਹਨਾਂ ਦੀ ਤੀਸਰੀ ਪੀੜ੍ਹੀ ਜਿਹੜੀ ਹੈ, ਰੀਤੂ ਸੰਜੀਵਨ ਦੀ ਧੀ, ਉਹ ਵੀ ਲੇਖਕ ਹੈ। ਤੇ ਆਓ ਫਿਰ ਤੁਹਾਨੂੰ ਇਸ ਪਰਿਵਾਰ ਦੇ ਕਰਾਉਂਦੇ ਆ ਦਿਦਾਰੇ। ਜਿਵੇਂ ਦੱਸਿਆ ਸੀ, ਆਓ ਤੁਹਾਨੂੰ ਤਿੰਨ ਪੀੜ੍ਹੀਆਂ ਦੇ ਦਿਦਾਰੇ ਕਰਵਾਈਏ। ਰਿਪੁਦਮਨ ਸਿੰਘ ਰੂਪ ਜਿਹੜੇ ਜਿਵੇਂ ਦੱਸਿਆ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਹੋਣਾ ਦੇ ਛੋਟੇ ਭਰਾ ਨੇ, ਮਰਹੂਮ ਧੀਰ ਸਾਹਿਬ, ਔਰ ਇਹਨਾਂ ਦੇ ਵੱਡੇ ਪੁੱਤਰ ਨੇ ਸੰਜੀਵਨ ਸਿੰਘ, ਛੋਟੇ ਪੁੱਤਰ ਐਡਵੋਕੇਟ ਰਣਜੀਵਨ ਸਿੰਘ, ਤੇ ਬੇਟੀ ਰੀਤੂ ਤੇ ਬੇਟਾ ਰਾਗ। ਇਹ ਸਾਰਾ ਹੀ ਸਾਹਿਤ ਦੇ, ਲੇਖਣੀ ਦੇ, ਰੰਗਮੰਚ ਦੇ, ਰਾਗ ਅਲਾਪ ਦੇ ਨੇ। ਔਰ ਸਭ ਤੋਂ ਪਹਿਲਾਂ ਜਿਹੜੇ ਮੁੱਢ ਨੇ, ਰੂਪ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ, ਮੈਂ ਮਿਹਰਬਾਨੀ। ਰੂਪ ਸਾਹਿਬ, ਇਹ ਕਿੱਦਾਂ ਦਾ ਪ੍ਰਵਾਹ ਚੱਲਿਆ, ਇਹ ਛੱਤ ਕਿੱਦਾਂ ਦੀ ਹੈ ਵੀ ਸਾਰੀਆਂ ਪੀੜ੍ਹੀਆਂ 'ਚ ਤੁਸੀਂ ਸਾਹਿਤਕਾਰ, ਰੰਗਮੰਚੀ ਬਣਾਤੇ, ਲੇਖਕ ਬਣਾਤੇ?
ਇਹ ਬਸ ਇੱਕ ਕੁਦਰਤੀ ਗੱਲ ਹੈ, ਇਹ ਕੋਈ ਬਹੁਤਾ ਜ਼ੋਰ ਰੱਖਦਾ ਨਹੀਂ ਬਣਾਇਆ ਹੈਗਾ। ਇਹ ਹੈ ਵੀ ਸਾਡੇ ਬਾਪੂ ਜੀ ਗਿਆਨੀ ਈਸ਼ਰ ਸਿੰਘ ਦਰਦ ਜੀ, ਉਹ ਪਹਿਲਾਂ ਕਵਿਤਾ ਲਿਖਦੇ ਸੀ। ਉਹ ਵੀ ਲਿਖਦੇ ਸੀ। ਹਾਂ, ਉਹ ਲਿਖਦੇ ਸੀ। ਉਹਨਾਂ ਦੀ ਕਿਤਾਬ ਹੈ ਇੱਥੇ ਹੁਣ ਮੈਂ ਪਿੱਛੇ ਸੰਪਾਦਿਤ ਕੀਤੀ ਹੈ, ਧੂੜ ਹੇਠਲੀ ਕਵਿਤਾ। ਜੀ, ਉਹ ਜਦੋਂ ਮੈਂ ਦੇਖਿਆ ਕਿ ਇੱਕ ਦਿਨ ਮੈਂ ਫੋਲਾ ਫਾਲੀ ਕੀਤੀ, ਉਹਨਾਂ ਵਿੱਚੋਂ ਉਹਦੀ ਡਾਇਰੀ ਲੱਭੀ, ਹੱਥ ਲਿਖਤ। ਓਕੇ, ਉਹ 'ਚ ਕਵਿਤਾਵਾਂ ਲਿਖੀਆਂ ਹੋਈਆਂ ਆਪਣੇ ਪਾਕਿਸਤਾਨ ਬਣਨ ਤੋਂ ਪਹਿਲਾਂ, 46 ਆਪਣੇ 47 ਤੋਂ ਪਹਿਲਾਂ, 42 43 44 ਅਤੇ ਉਹ ਤੋਂ ਬਾਅਦ ਦੀਆਂ। ਜਦ ਮੈਂ ਦੇਖਿਆ, ਮੈਂ ਬਾਪੂ ਦਾ ਕਵਿਤਾ ਬਹੁਤ ਸੋਹਣੀ ਲਿਖੀ ਹੋਈ ਹੈ। ਫਿਰ ਮੈਂ ਦੇਖ ਕੇ ਉਹਨੂੰ ਫਿਰ ਮੈਂ ਸੰਪਾਦਿਤ ਕੀਤਾ। ਫਿਰ ਮੈਂ ਉਹਦੀ ਨਾਮ ਰੱਖਿਆ ਧੂੜ ਹੇਠਲੀ ਕਵਿਤਾ। ਕੀ ਬਾਤ। ਫਿਰ ਜਦੋਂ ਰਿਲੀਜ਼ ਕੀਤੀ, ਫਿਰ ਉੱਥੇ ਕਈਆਂ ਨੇ ਕਿਹਾ ਵੀ ਧੂੜ ਹੇਠਲੀ ਹੈ, ਧੂੜ ਦੇ ਉੱਪਰ ਕਵਿਤਾ ਹੈ। ਇਹ ਤਾਂ ਬਹੁਤ ਵਧੀਆ ਕਵਿਤਾਵਾਂ ਨੇ। ਇਹ ਜਿਹੜੀਆਂ ਕਵਿਤਾਵਾਂ ਨੇ ਉਹਦੇ 'ਚ ਆਪਣੀ ਆਜ਼ਾਦੀ ਬਾਰੇ, ਉਹਦੇ ਸਮਾਜ ਸੁਧਾਰ ਬਾਰੇ, ਉਹਦੇ ਕੀ ਪਖੰਡਾਂ ਬਾਰੇ, ਉਹਦੇ ਵਿੱਚ ਕੀ ਜ਼ਿਆਦਾ ਇਹਨਾਂ ਗੱਲਾਂ ਬਾਰੇ ਲਿਖਿਆ ਹੋਇਆ। ਕਹਿੰਦੇ ਇਹ ਤਾਂ ਕਹਿੰਦੇ ਅੱਜ ਦੀ ਇਸ ਜਿਹੜੀ ਅੱਜ ਦਾ ਯੁੱਗ ਹੈ, ਉਹ ਤੋਂ ਵੀ ਚੰਗੀ ਆਪਣੇ ਕਵਿਤਾਵਾਂ ਲਿਖੀਆਂ ਹੋਈਆਂ ਪਹਿਲੇ ਇਸ ਜ਼ਮਾਨੇ ਵਿੱਚੋਂ ਲਿਖੀਆਂ ਹੋਈਆਂ। ਤਾਂ ਹੈਰਾਨ ਹੋ ਗਏ ਲੋਕ। ਬਾਪੂ ਜੀ ਨੇ ਕੀ ਕਰਦੇ ਸੀ, ਉਹ ਇੱਕ ਪਰਚਾ ਕੱਢਦੇ ਸੀ ਸੁਤੰਤਰ, ਆਪਣੇ ਸੁਤੰਤਰ ਪਰਚਾ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਪਰਚਾ ਰਸਾਲਾ ਕੱਢਦੇ ਹੁੰਦੇ ਸੀ। ਉਹਦੇ ਵਿੱਚ ਸਾਡੀਆਂ ਬਾਪੂ ਜੀ ਨੇ ਵੀਰ ਸੰਤੋਖ ਸਿੰਘ ਦੇ ਨਾਂ 'ਤੇ, ਮੇਰੇ ਨਾਂ 'ਤੇ, ਮੇਰੇ ਭਰਾ ਮਹਿੰਦਰ ਸਿੰਘ ਦੇ ਨਾਂ 'ਤੇ ਉਹ ਕਵਿਤਾਵਾਂ ਸਾਡੀਆਂ ਆਪੇ ਲਿਖ ਕੇ ਆਪੇ ਛਪਾ ਦੇਣੀਆਂ। ਅਸੀਂ ਦੇਖੋ ਜਦ ਅਸੀਂ ਬੜੇ ਹੋਏ ਦੇਖਿਆ, ਇਹ ਤਾਂ ਸਾਡੇ ਨਾਲ ਤਾਂ ਕਵਿਤਾ ਛਪੀਆਂ ਹੋਈਆਂ। ਬਾਪੂ ਜੀ ਦੀ ਸ਼ੌਕ ਸੀ ਵੀ ਮੇਰੇ ਬੱਚੇ ਕਵੀ ਬਣਨ, ਰਾਈਟਰ ਬਣਨ। ਉਹ ਕਰਦੇ ਕਰਦੇ ਜਦ ਵੀਰ ਬਣ ਗਿਆ, ਰਾਈਟਰ ਬਣਿਆ। ਸੰਤੋਖ ਸਿੰਘ ਸੀ, ਉਹ ਨੈਸ਼ਨਲ ਫੇਮ ਦੇ ਰਾਈਟਰ ਨੇ। ਉਹ ਆਪਣੇ ਇੰਟਰਨੈਸ਼ਨਲ ਉਹਨਾਂ ਦੀ ਮਸ਼ਹੂਰ ਕਹਾਣੀਆਂ ਨੇ, ਕਵਿਤਾਵਾਂ ਨੇ, ਅਤੇ ਉਹਨਾਂ ਨੇ ਵੱਡੀਆਂ ਵੱਡੀਆਂ 51 ਕਿਤਾਬਾਂ ਲਿਖੀਆਂ। ਉਹਦੇ ਨਾਲ ਫਿਰ ਉਹਦੇ ਅੱਗੇ ਫਿਰ ਸਾਨੂੰ ਵੀ ਫਿਰ ਇਹ ਕੀਨਾ ਜਿਹੜਾ ਹੈਗਾ। ਮਤਲਬ ਇਹ ਜਿਹੜਾ ਬੂਟਾ ਲੱਗਾ ਆ, ਇਹ ਬਾਪੂ ਈਸ਼ਰ ਸਿੰਘ ਦਾ। ਹਾਂ, ਗਿਆਨੀ ਈਸ਼ਰ ਸਿੰਘ ਦਰ ਸਾਡੀ ਇਹ ਚੌਥੀ ਪੀੜ੍ਹੀ ਹੈ। ਇਹ ਤੀਜੀ ਨਹੀਂ ਹੈ, ਚੌਥੀ ਪੀੜ੍ਹੀ ਜਿਹੜੀ ਹੈਗੇ ਸਾਡੇ ਰਿਸ਼ਮ ਰਾਗ ਨੇ, ਰਿਤੂ ਰਾਗ ਕੌਰ ਹੈ। ਇਹ ਸਾਡੀ ਚੌਥੀ ਪੀੜ੍ਹੀ ਹੈ। ਹਾਂ, ਮੈਂ ਤੇ ਵੀਰ ਦੂਜੀ ਪੀੜ੍ਹੀ, ਸੰਜੀਵਨ ਜੀਵਨ ਤੀਜੀ ਪੀੜ੍ਹੀ, ਅਤੇ ਇਹ ਅੱਗੋਂ ਕੀ ਨੇ ਜਿਹੜੇ ਹੈਗੇ ਰਾਗ ਜਿਹੜੇ ਹੈਗੇ ਦੋਨੋਂ ਖੜੇ ਨੇ, ਰਿਸ਼ਮ ਰਾਗ ਅਤੇ ਰਿਤੂ ਰਾਗ, ਇਹ ਸਾਡੀ ਚੌਥੀ ਪੀੜ੍ਹੀ। ਸਾਹਿਬ, ਇੱਕ ਲੇਖਕ ਜਿਹੜਾ ਹੈ, ਜੇ ਉਹਦੀ ਚੌਥੀ ਪੀੜ੍ਹੀ ਵੀ ਸਾਹਿਤ ਖੇਤਰ 'ਚ ਹੋਵੇ, ਰੰਗਮੰਚੀ ਹੋਵੇ, ਲੇਖਕ ਹੋਣ, ਤੇ ਉਹ ਬਾਪ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ? ਇਹ ਤੋਂ ਵੱਧ ਕੀ ਖੁਸ਼ੀ ਹੋਣੀ ਹੈ, ਬਹੁਤ ਬੜੀ ਖੁਸ਼ੀ ਹੁੰਦੀ ਹੈ। ਜਦ ਸਾਡਾ ਕੱਲ੍ਹ ਪ੍ਰੋਗਰਾਮ ਹੋਇਆ, ਉੱਥੇ ਫੰਕਸ਼ਨ ਹੋਇਆ, ਸਾਡੀ ਕਿਤਾਬਾਂ ਰਿਲੀਜ਼ ਹੋਈਆਂ। ਤੁਹਾਡੀ ਤੇ ਤੁਹਾਡੇ ਮੇਰੀ ਸੰਜੀਵਨ ਦੀ, ਮੇਰੀ ਕਿਹਨਾਂ ਖੁਰਪਾ ਮਿੰਨੀ ਕਹਾਣੀਆਂ ਦੀ, ਅਤੇ ਆਪਣੇ ਸੰਜੀਵਨ ਦੀ, ਆਪਣੇ ਖੁਸਰੇ ਨਾਟਕਾਂ ਦੀ। ਜਦ ਉੱਥੇ ਫਿਰ ਲੋਕ ਬੋਲੇ ਨੇ, ਇਹਨਾਂ ਕਿਤਾਬਾਂ 'ਤੇ ਬੋਲੇ ਨੇ, ਸਾਨੂੰ ਮੈਨੂੰ ਸੀ ਪਤਾ, ਅੱਛਾ ਸਾਡੀ ਕਿਤਾਬਾਂ ਦੇ ਵਿੱਚ ਇੰਨਾ ਕੁਛ ਲਿਖਿਆ ਹੋਇਆ। ਕਈ ਵਾਰ ਅਸੀਂ ਲਿਖ ਦਿੰਦੇ ਹਾਂ, ਮੈਂ ਮਿੰਨੀ ਕਹਾਣੀਆਂ ਲਿਖੀਆਂ, ਇਹਨੇ ਨਾਟਕ ਲਿਖਿਆ। ਮੈਂ ਦੇਖ ਰਿਹਾ ਜਿਵੇਂ ਸੰਤੋਖ ਸਿੰਘ ਧੀਰ ਹੋਣਾ ਦੀ ਉਂਗਲ ਇੱਦਾਂ ਉੱਠਦੀ ਸੀ, ਉਸੇ ਤਰ੍ਹਾਂ ਤੁਹਾਡੀ ਉਂਗਲ ਵੀ ਉਸੇ ਤਰ੍ਹਾਂ ਹੀ ਉੱਠਦੀ ਹੈ। ਅਸਲ ਤਾਂ ਸਾਡੇ ਕੋਲ ਹੈ ਹੀ ਇੱਕ ਉਂਗਲ ਹੈ, ਸਾਡੇ ਕੋਲ ਹੋਰ ਕੁਛ ਨਹੀਂ ਹੈ। ਕੀ ਜਾਦੂ ਉਂਗਲ ਦਾ? ਇਹ ਹੈ ਉਂਗਲ ਦੇ ਜਦ ਉਂਗਲ ਖੜੀ ਹੁੰਦੀ ਹੈ, ਜੇ ਛਾਤੀ ਸਾਡੀ ਤਲੀ ਹੁੰਦੀ ਹੈ, ਅਸੀਂ ਕਿਸੇ ਅੱਗੇ ਅੱਜ ਤੱਕ ਝੁਕੇ ਨਹੀਂ। ਚਾਹੇ ਬੜੀਆਂ ਮੁਸੀਬਤਾਂ ਸਾਡੇ ਗਲ ਪੈ ਗਈਆਂ, ਮੈਂ ਜੇਲ੍ਹਾਂ ਵਿੱਚ ਵੀ ਰਹੇ ਹਾਂ, ਮੈਂ ਤੇ ਵੀਰ ਇਕੱਠੇ ਰਹੇ ਹਾਂ, ਪਰ ਜੇ ਜੇਲ੍ਹ ਸੰਬੰਧਿਤ ਵੀ ਗੱਲ ਬੋਲਦਾ ਸੀ, ਉਹਨੂੰ ਵੀ ਗਲੋਂ ਫੜ ਲੈਂਦਾ ਸੀ ਮੈਂ। ਇਹ ਸਾਡੀ ਉਂਗਲ ਜਿਹੜੀ ਹੈ ਹਮੇਸ਼ਾ ਖੜੀ ਰਹਿੰਦਾ, ਪ੍ਰਤੀਕ। ਇਹ ਸਾਡੀ ਉਂਗਲ ਪ੍ਰਤੀਕ ਹੈ। ਮੈਂ ਤੁਹਾਡੇ ਵੀ ਧੀਰ ਸਾਹਿਬ ਦੇ ਵੀ ਭਾਸ਼ਣ ਸੁਣੇ ਨੇ, ਲੈਕਚਰ ਸੁਣੇ ਨੇ। ਜਿੱਦਾਂ ਭਾਸ਼ਣ ਵਿੱਚ ਗੜਕ ਹੁੰਦੀ ਹੈ, ਮੜਕ ਹੁੰਦੀ ਹੈ, ਤੁਹਾਡੀ ਲੇਖਣੀ 'ਚ ਵੀ ਉੱਦਾਂ ਹੀ ਮੜਕ ਹੈ। ਹਾਂ, ਉਹੀ ਕੁਛ ਹੈ। ਉਹ ਕਿਹੜੇ ਮਰਸ ਸੰਘਰਸ਼, ਇੱਕ ਵੀ ਰਚਨਾ ਮੇਰੇ ਪਾਤਰ ਕਮਜ਼ੋਰ ਨਹੀਂ ਹੋਣਗੇ, ਤਕੜੇ ਸੰਘਰਸ਼ਸ਼ੀਲ ਹੋਣਗੇ। ਜਿਹੜੀ ਮੇਰੀ ਖੁਰਪਾ ਕਹਾਣੀ ਹੈ, ਉਹਦੇ ਵਿੱਚ ਵੀ ਜਿਹੜਾ ਇੱਕ ਕਿਹੜਾ ਗਰੀਬ ਮੁੰਡਾ, ਕਿਹੜਾ ਆਪਣੇ ਸਿਰੀ ਦਾ ਮੁੰਡਾ ਹੈ, 12-13 ਸਾਲ ਦਾ, ਉਹ ਵੀ ਬਗਾਵਤ ਕਰਦਾ ਹੈ। ਉਹ ਵੀ ਖੁਰਪਾ ਬਗਾ ਜਦ ਉਹਦੇ ਕੋਲੋਂ ਇੱਕ ਮੱਕੀ ਦਾ ਜਿਹੜਾ ਹੈਗਾ ਟਾਂਡਾ ਗਲਤੀ ਨਾਲ ਵੱਢਿਆ ਗਿਆ, ਉਹ ਮਾਲ ਖੜਾ ਸਿਰ 'ਤੇ ਉਹਨੂੰ ਗਾਲਾਂ ਕੱਢਦਾ ਹੈ। ਉਹ ਵੀ ਚੌਥੀ ਪੀੜ੍ਹੀ ਦਾ ਉੱਥੇ ਉਹਨਾਂ ਦੇ ਕੋਲ ਕੰਮ ਕਰਦੇ ਨੇ। ਸੀਰੀ ਜਾਗੀਰਦਾਰ ਚੌਥੀ ਪੀੜ੍ਹੀ ਦੇ, ਉਹ ਵੀ ਚੌਥੀ ਪੀੜ੍ਹੀ ਦੇ। ਇਹ ਹੈ ਸਾਡਾ ਕਿਹੜਾ, ਸਾਡੀ ਸਮਾਜ ਦੀ ਦੁਰਦਸ਼ਾ ਵੀ ਜਿਹੜੇ ਇੱਕ ਚੌਥੀ ਪੀੜ੍ਹੀ ਦੇ ਸੀਰੀ ਨੇ, ਉਹ
ਤੇ ਦੂਜੇ ਜਿਹੜੇ ਹੈਗੇ ਜਾਗੀਰਦਾਰ ਨੇ ਉਹਦੇ ਖਿਲਾਫ ਫਿਰ ਉਹ ਆਪਣੇ ਉਹਦਾ ਜਦੋਂ ਖੜਪਾ ਭਗਾ ਕੇ ਮਾਰਦਾ ਵੀ ਗਾਲਾਂ ਕੱਢਦਾ ਇਹ ਉੱਠ ਬਾਪੂ ਆਪਾਂ ਇਹਨਾਂ ਦੇ ਨਾਲ ਦਾ ਕਿਹੜਾ ਆਪਣੇ ਇਹਨਾਂ ਦੇ ਕੰਮ ਕਰੀਏ, ਇਹਨਾਂ ਦਾ ਕਿਹੜਾ ਆਪਣੇ ਜਿਹੜਾ ਹੈਗਾ ਗੋਹਾ ਕੂੜਾ ਸਾਰਾ ਅਸੀਂ ਕਰੀਏ, ਨਾਲੇ ਇਸੇ ਤੋਂ ਗਾਲਾਂ ਖਾਈਏ, ਚਲੋ ਆਪਾਂ ਨਹੀਂ ਇਹਨਾਂ ਦਾ ਕੰਮ ਕਰਨਾ, ਉੱਠ ਬਾਪੂ। ਇਹ ਜਿਹੜੀ ਇਸ ਕਹਾਣੀ ਦਾ ਕੱਲ੍ਹ ਜਿਹੜੀ ਚਰਚਾ ਹੋਈ ਹੈ ਉਹ ਮੈਂ ਦੇਖ ਕੇ ਸੁਣ ਕੇ ਆਪ ਹੈਰਾਨ ਹੋਈ ਹਾਂ। ਪਿੱਛਾ ਮੈਂ ਤੁਹਾਡਾ ਚਿਹਰੇ ਦੀ ਜਿਹੜੀ ਲਾਲੀ ਆ ਉਹ ਤੋਂ ਲੱਗਦਾ ਬੜੇ ਖੁਸ਼ ਤੇ ਥੋੜਾ ਜਿਹਾ ਅੱਗੇ ਵਧੀਏ। ਸੰਜੀਵਨ ਜੀ, ਰੂਪ ਸਾਹਿਬ ਤੋਂ ਬਾਅਦ ਸੰਜੀਵਨ ਹੋਣਾ ਨੇ ਬੂਟਾ ਲਾਤਾ ਰੰਗ ਕਰਮੀ ਦਾ, ਇਹ ਕਿੰਨਾ ਕੁ ਪ੍ਰਵਾਹ ਚਲਾਇਆ, ਕਦੋਂ ਸ਼ੁਰੂ ਕੀਤਾ ਤੇ? ਮੈਂ ਜੀ ਇਹ ਮੇਰਾ ਜਿਹੜਾ ਸ਼ੁਰੂਆਤ ਹੈ ਆਮ ਤੌਰ 'ਤੇ ਕੋਈ ਆਮ ਜਿਹੜੇ ਕਲਾਕਾਰ ਨੇ, ਰਾਈਟਰ ਨੇ, ਉਹ ਕਿਸੇ ਨਾ ਕਿਸੇ ਨੂੰ ਆਪਣੇ ਪ੍ਰਭਾਵਿਤ ਹੋ ਕੇ ਕਿਸੇ ਨੂੰ ਗੁਰੂ ਮੰਨ ਕੇ ਆਪਣਾ ਅਕਸਰ ਇਹ ਕਿਹਾ ਜਾਂਦਾ ਹੈ। ਪਰ ਮੈਂ ਇਹ ਮੰਨਦਾ ਵੀ ਮੇਰੀ ਜਿਹੜੀ ਆਪਣਾ ਆਗਾਜ਼ ਹੋਇਆ ਰੰਗਮੰਚ 'ਚ ਦਿਲਚਸਪੀ ਪੈਦਾ ਹੋਈ ਹੈ, ਇਹ ਰਾਮਲੀਲਾ ਦੇ ਰਾਹੀਂ ਮੈਂ ਕਾਫੀ ਉਹ ਹੋਇਆ ਵੀ ਮੇਰੀ ਇੱਛਾ ਹੋਈ ਵੀ ਮੈਂ ਵੀ ਕੁਛ ਸਟੇਜ 'ਤੇ ਆਪਣਾ ਕੁਛ ਪ੍ਰਦਰਸ਼ਨ ਕਰ ਸਕਾਂ। ਕਿੰਨੇ ਕੁ ਨਾਟਕ ਖੇਡ ਲਏ ਹੁਣ ਤੱਕ, ਕਿੰਨੇ ਕੁ ਲਿਖ ਲਏ? ਨਾਟਕ ਜੀ ਮੈਂ ਤਕਰੀਬਨ 22 ਦੇ ਕਰੀਬ ਨਾਟਕ ਮੈਂ ਲਿਖ ਚੁੱਕਿਆ ਤੇ ਸਾਰੇ ਮੰਚਿਤ ਹੋਏ ਨੇ ਚੰਡੀਗੜ੍ਹ, ਪੰਜਾਬ 'ਚ ਜਾਂ ਕੈਨੇਡਾ ਵਗੈਰਾ ਵੀ ਮੈਂ ਸ਼ੋਅ ਕੀਤੇ ਨੇ। ਤੇ 5ਵੀਂ ਕਿਤਾਬ ਮੇਰੀ ਛਪੀ ਆ ਨਾਟਕ ਕੱਲ੍ਹ ਖੁਸਰੇ, 5 ਕਿਤਾਬਾਂ ਛਪ ਚੁੱਕੀਆਂ ਤੇ 22 ਨਾਟਕ ਮੈਂ ਲਿਖ ਚੁੱਕਿਆ ਤੇ ਆਪਣੇ ਮੰਚ ਤੇ ਉਹਨਾਂ ਨੂੰ ਪੇਸ਼ ਕਰ ਚੁੱਕਿਆ। ਜਿਵੇਂ ਰੂਪ ਜੀ ਗੱਲ ਕਰਦੇ ਨੇ ਕਿਰਤੀਆਂ ਦੀ, ਗਰੀਬਾਂ ਦੀ, ਕੁਚਲਿਆਂ ਦੀ, ਤੁਹਾਡੇ ਨਾਟਕ ਵਿੱਚ ਤੁਹਾਡੀ ਲੇਖਣੀ 'ਚ ਕਿੱਦਾਂ ਦੀ ਆਵਾਜ਼ ਆਉਂਦੀ? ਤਲੋਚਨ ਜੀ, ਗੱਲ ਇਸ ਤਰ੍ਹਾਂ ਹੈ ਵੀ ਮੇਰਾ ਇਹ ਮੰਨਣਾ ਹੈ ਵੀ ਸਾਹਿਤ ਦੀ, ਕਲਾ ਦੀ ਕੋਈ ਵਿਧਾ ਹੋਵੇ, ਉਹ ਜੇ ਲੋਕ ਪੱਖੀ ਨਹੀਂ ਹੈ, ਲੋਕਾਂ ਦੀ ਗੱਲ ਨਹੀਂ ਕਰਦੀ, ਦੱਬੇ ਕੁਚਲੇ ਵਰਗ ਦੀ ਗੱਲ ਨਹੀਂ ਕਰਦੀ, ਮਜ਼ਦੂਰ ਦੀ ਗੱਲ ਨਹੀਂ ਕਰਦੀ, ਉਹ ਸਹੀ ਮਾਇਨਾ 'ਚ ਕਿਰਤ ਜਾਂ ਕਲਾ ਜਾਂ ਲੇਖਣੀ ਹੈ ਹੀ ਨਹੀਂ ਹੈ। ਹੋਰ ਤਾਂ ਕੁਛ ਹੋ ਸਕਦੀ ਹੈ, ਕਿਸੇ ਸਰਕਾਰੀ ਦਰਬਾਰੀ ਦੀ ਗੱਲ ਕਰਦੀ ਹੋ ਸਕਦੀ ਹੈ, ਕਿਸੇ ਕਾਰਪੋਰੇਟ ਸੈਕਟਰ ਦੀ ਗੱਲ ਕਰਦੀ ਹੋ ਸਕਦੀ ਹੈ, ਪਰ ਉਹ ਜਿਹੜੇ ਲੋਕਾਂ ਦੀ ਗੱਲ, ਜਿਹੜੀ ਕਿਰਤ ਨਹੀਂ ਕਰਦੀ, ਸਾਹਿਤਕ ਕਿਰਤ ਨਹੀਂ ਕਰਦੀ, ਉਹ ਸਾਹਿਤਕ ਕਿਰਤ ਹੈ ਹੀ ਨਹੀਂ ਹੈ। ਮੇਰੇ ਮੰਨਦੇ ਨਹੀਂ ਤੁਸੀਂ? ਇਹਦਾ ਮਤਲਬ ਤੁਹਾਡੀ ਕਿਰਤ ਜਿਹੜੀ ਕਲਾ ਆ ਉਹਦੇ ਵਿੱਚੋਂ ਲੋਕ ਆਵਾਜ਼ ਨਿਕਲਦੀ? ਹਾਂਜੀ, ਲੋਕਾਂ ਦੀ ਗੱਲ ਮੇਰੇ ਨਾਟਕਾਂ 'ਚ ਅਕਸਰ ਮੈਂ ਲੋਕਾਂ ਦੀ ਗੱਲ, ਲੋਕਾਂ ਦੇ ਮਸਲੇ, ਚਾਹੇ ਵਹਿਮ ਭਰਮ ਦੀ ਗੱਲ ਹੋਵੇ, ਧੀਰ ਸਾਹਿਬ ਦੀ ਕਹਾਣੀ ਮੈਂ ਡੈਣ ਕੀਤੀ, ਸਭ ਤੋਂ ਪਹਿਲਾਂ ਮੇਰੀ ਰੂਪਾਂਤਰ ਸੀਗਾ, ਤੇ ਫਿਰ ਜੇ ਪਾਰਟੀਸ਼ਨ ਦੀ ਗੱਲ ਹੋਵੇ, ਉਹ ਵੀ ਧੀਰ ਸਾਹਿਬ ਦੀ ਕਹਾਣੀ ਸੀ, ਉਹਦੇ ਮੈਂ ਨਾਟਕ ਕੀਤਾ, ਮੇਰਾ ਜਿਹੜਾ ਗੁਆਂਢੀ। ਫਿਰ ਆਪਾਂ ਵਹਿਮਾਂ ਆਪਣੇ ਜਿਹੜੇ ਧਾਰਮਿਕ ਕੱਟੜਤਾ ਦੀ ਗੱਲ ਹੈ, ਭਾਬੀ ਮੈਣਾ, ਉਹ ਗੁਰਬਖਸ਼ ਸਿੰਘ ਜੀ ਦੀ ਕਹਾਣੀ ਸੀ, ਪ੍ਰੀਤ ਲੜੀ ਉਹਨਾਂ ਦੀ, ਉਹ ਮੈਂ ਰੂਪਾਂਤਰ ਕੀਤਾ। ਫਿਰ ਮੈਂ ਆਪਣੇ ਨਾਟਕ ਸ਼ੁਰੂ ਕੀਤੇ, ਬੇਰੀਆਂ, ਕੈਨੇਡਾ ਦੀ ਜਿਹੜੀ ਲਾਈਫ ਹੈ, ਮਜ਼ਦੂਰ ਨੇ ਬੇਰੀਆਂ ਤੋੜਦੇ ਨੇ, ਉਹ ਕਿਸ ਤਰ੍ਹਾਂ। ਫਿਰ ਜਹਾਜ਼ ਨਾਟਕ ਲਿਖਿਆ ਵੀ ਜਿਹੜੀ ਚਾਹ ਨਾ ਇੱਛਾ ਬਾਹਰ ਜਾਣ ਦੀ, ਉਹਦੇ ਬਾਰੇ ਮੈਂ ਨਾਟਕ ਲਿਖਿਆ। ਕਮਾਲ ਹੈ। ਰਣਜੀਵਨ ਜੀ, ਤੁਸੀਂ ਵਕਾਲਤ ਕਰਦੇ ਨੇ, ਬੜੇ ਸੀਨੀਅਰ ਵਕੀਲ ਜੇ, ਤੁਹਾਡੇ ਜਦੋਂ ਫੈਸਲੇ ਜਾਂ ਜਦੋਂ ਤੁਹਾਡੀ ਜ਼ਿਰਾ ਸੁਣੀ ਦੀ ਤਾਂ ਪਤਾ ਲੱਗਦਾ ਤੁਹਾਡੀ ਉਸ ਜ਼ਿਰਾ ਵਿੱਚੋਂ ਵੀ ਲੋਕ ਆਵਾਜ਼ ਦੀ ਝਲਕਦੀ ਹੁੰਦੀ ਹੈ, ਤੇ ਲੇਖਣੀ ਦਾ ਖੇਤਰ ਵੀ ਫੜ ਲਿਆ ਨਾਲ? ਜੀ ਹਾਂ, ਮੇਰੇ ਕੋਲ ਦੋਨੇ ਖੇਤਰ ਤੁਸੀਂ ਕਹਿ ਸਕਦੇ ਹੋ। ਤੀਸਰਾ ਮੈਂ ਰੰਗਮੰਚ ਤੇ ਅਦਾਕਾਰੀ ਦਾ ਖੇਤਰ ਵੀ ਹੈ, ਉਹਦੇ ਵਿੱਚ ਮੈਂ ਰੰਗਮੰਚ ਤੇ ਜਾਂ ਫਿਲਮਸ ਦੇ ਵਿੱਚ, ਵੀਡੀਓਜ਼ ਦੇ ਵਿੱਚ ਵੀ ਮੇਰਾ ਹੈ। ਤੇ ਇਹ ਜਿਹੜੀ ਸਮੁੱਚੀ ਮੈਂ ਸਮਝਦਾ ਵੀ ਸਾਡੀ, ਜਦੋਂ ਤੁਸੀਂ ਗੱਲ ਕੀਤੀ ਵੀ ਵਕਾਲਤ ਦੇ ਵਿੱਚ ਵੀ ਲੋਕਾਂ ਦੀ ਗੱਲ ਆਉਂਦੀ ਨਜ਼ਰ ਆਉਂਦੀ ਹੈ, ਇਹ ਸਾਨੂੰ, ਮੈਂ ਸਮਝਦਾ ਵੀ ਜਿਹੜਾ ਪ੍ਰਿਵਿਲੇਜ ਮਿਲਿਆ ਸਾਨੂੰ ਇਸ ਪਰਿਵਾਰ ਦੇ ਵਿੱਚ, ਅਸੀਂ ਜਿਹੜੇ ਪੈਦਾ ਹੋਏ ਹਾਂ, ਸਾਡੇ ਦਾਦਾ ਜੀ ਈਸ਼ਰ ਸਿੰਘ ਦਰਦੀ ਜੀ, ਧੀਰ ਸਾਹਿਬ ਤਾਇਆ ਜੀ, ਤੇ ਰੂਪ ਸਾਹਿਬ ਫਾਦਰ ਨੇ, ਸੰਜੀਵਨ ਨੇ, ਤੇ ਹੁਣ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਵੀ ਅੱਗੋਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਚੀਜ਼ਾਂ ਤੋਂ ਕਨਵਿੰਸ ਹੋ ਕੇ ਉਸੇ ਚੀਜ਼ ਨੂੰ ਅੱਗੇ ਤੋਰ ਰਹੇ ਨੇ। ਇਹ ਸਾਡੇ ਲਈ ਬਹੁਤ ਹੀ ਇੱਕ ਖੁਸ਼ੀ ਤੇ ਸੰਤੁਸ਼ਟੀ ਵਾਲੀ ਗੱਲ ਹੈ। ਸੋ ਇਹ ਜਦੋਂ ਸਾਰੀ ਸਾਨੂੰ ਇੱਕ ਵਿਰਾਸਤ ਇਸ ਤਰ੍ਹਾਂ ਦੀ ਮਿਲਦੀ ਹੈ, ਇੱਕ ਲੋਕ ਪੱਖੀ ਵਿਰਾਸਤ ਜਿਹੜੀ ਹੈ, ਤਾਂ ਉਹ ਕੁਦਰਤੀ ਗੱਲ ਹੈ ਵੀ ਸਾਡਾ ਜਿਹੜਾ ਕਿਸੇ ਵੀ ਅਸੀਂ ਸ਼ੁਬੇ 'ਚ ਹੋਈਏ, ਉਸੇ ਕਿਸਮ ਦੇ ਅਸੀਂ ਵਿਸ਼ੇ ਹੁੰਦੇ ਨੇ, ਉਸੇ ਕਿਸਮ ਦੀ ਸਾਡੀ ਗੱਲਬਾਤ ਹੁੰਦੀ ਹੈ। ਵਕਾਲਤ ਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਮੇਰਾ ਤਕਰੀਬਨ ਇਹ ਹੁੰਦਾ ਵੀ ਲੋਕ ਪੱਖ ਦੀ ਜਿਹੜੀ ਗੱਲ ਹੈ, ਕਿਸੇ ਡਾਊਨ ਟਰੋਡਨ ਦੀ ਗੱਲ ਹੈ, ਬਹੁਤ ਕੋਈ ਡੇਲੀ ਵਰਕਰਸ ਦੀ ਗੱਲ ਹੈ, ਡੇਲੀ ਵੇਜਰਸ ਦੀ ਗੱਲ ਹੈ, ਮੈਂ ਉਹਨਾਂ ਦੇ ਕੇਸਿਸ ਨੂੰ ਕਰਕੇ ਬੜਾ ਆਪਣੇ ਆਪ ਨੂੰ ਆਪਣੇ ਤਸੱਲੀ ਮਹਿਸੂਸ ਕਰਦਾ। ਔਰ ਜਦੋਂ ਰਿਲੀਫ ਮਿਲਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ 25-25 ਸਾਲ ਤੋਂ ਕੋਈ ਵਿਚਾਰਾ ਕੱਚਾ ਹੀ ਮੁਲਾਜ਼ਮ ਸੀ ਤੇ ਉਹਨੂੰ ਮੈਂ ਪੈਨਸ਼ਨ ਦਵਾਈ ਹੈ, ਮੇਰੇ ਕੋਲ ਇਸ ਤਰ੍ਹਾਂ ਦੇ ਬੜੇ ਮੁਲਾਜ਼ਮ ਆਏ ਨੇ, ਤੇ ਮੈਨੂੰ ਉਸ ਗੱਲ ਦੀ ਬੜੀ ਸੰਤੁਸ਼ਟੀ ਮਿਲਦੀ ਹੈ। ਔਰ ਮੈਂ ਸਮਝਦਾ ਵੀ ਸਾਡੇ ਪਰਿਵਾਰ ਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੁੰਦਾ ਹੋਊਗਾ ਵੀ ਵਕਾਲਤ ਦੇ ਵਿੱਚ ਮੈਂ, ਪਹਿਲੀ ਗੱਲ ਹੈ ਵੀ ਜਿਹੜਾ ਅਕਸਰ ਸਾਡੇ ਬਾਰੇ ਕਿਹਾ ਜਾਂਦਾ ਵੀ ਸ਼ਾਇਦ ਝੂਠ ਬੋਲਦੇ ਨੇ ਐਡਵੋਕੇਟਸ, ਉਹ ਚੀਜ਼ ਤੋਂ ਗੁਰੇਜ਼ ਕੀਤਾ ਜਾਂਦਾ। ਮੈਂ ਜੋ ਹੈ, ਜੋ ਉਹਨਾਂ ਨੂੰ ਜੋ ਸਪਸ਼ਟ ਜਿਹੜੀ ਉਹਨਾਂ ਦੀ ਕੰਸਲਟੇਸ਼ਨ ਹੈ, ਜੋ ਰਾਏ ਹੈ,
ਉਹ ਮੈਂ ਦਿੰਦਾ, ਚਾਹੇ ਕੇਸ ਮੇਰੇ ਕੋਲ ਆਵੇ ਚਾਹੇ ਨਾ ਆਵੇ। ਉਸ ਕੀਮਤ ਤੇ ਵੀ ਮੇਰੇ ਕੋਲ ਕੇਸ ਆਵੇ, ਮੈਂ ਕਦੇ ਕਿਸੇ ਨੂੰ ਕੋਈ ਕੰਸਲਟੇਸ਼ਨ ਗਲਤ ਨਹੀਂ ਦਿੱਤੀ। ਹਾਂ, ਉਹ ਨਤੀਜਾ ਉਹਦਾ ਜੁਡੀਸ਼ੀਅਲ ਸਾਈਡ ਤੇ ਜੋ ਵੀ ਹੋ ਸਕਦਾ, ਪਰ ਮੈਂ ਆਪਣੇ ਵੱਲੋਂ ਰਾਏ ਕਦੇ ਗਲਤ ਨਹੀਂ ਦਿੱਤੀ। ਤੁਸੀਂ ਹੁਣ ਤੱਕ ਕੀ ਸਿਰਜਿਆ? ਮੇਰੀਆਂ ਜਿਹੜੀਆਂ ਕੁਝ ਅਣਛਪੀਆਂ ਰਚਨਾਵਾਂ ਨੇ ਜਿਹਦੇ ਵਿੱਚ ਕਹਾਣੀ ਅਤੇ ਕਵਿਤਾਵਾਂ ਨੇ, ਪਰ ਇਹ ਹੈ ਵੀ ਉਹ ਕਾਫੀ ਮਕਬੂਲ ਨੇ ਤੇ ਕਾਫੀ ਪਰਚੀਆਂ ਰਸਾਲਿਆਂ 'ਚ ਅਖਬਾਰਾਂ 'ਚ ਛਪੀਆਂ ਨੇ। ਜੇ ਮੈਂ ਕੋਈ ਆਪਣੀ ਕਿਤਾਬ ਦੀ ਫਾਰਮ ਦੀ ਗੱਲ ਕਰਾਂ ਤਾਂ ਸਰਦਾਰ ਸੰਤੋਖ ਸਿੰਘ ਧੀਰ 1975 'ਚ ਇੰਗਲੈਂਡ ਗਏ ਸੀ ਜੀ। ਉਹਨਾਂ ਨੇ ਉੱਥੋਂ ਕਾਫੀ ਜਿਹੜੇ ਖੱਤ ਸੀਗੇ ਉਹ ਮੇਰੇ ਪਿਤਾ ਜੀ ਰੂਪ ਸਾਹਿਬ ਨੂੰ ਲਿਖੇ ਸੀ ਉੱਥੋਂ। ਉਹਨਾਂ ਦੀ ਪਿੱਛੇ ਜੇ ਫਿਰ ਅਸੀਂ ਇੱਕ ਕੰਪਾਈਲੇਸ਼ਨ ਕੀਤੀ ਹੈ, ਉਹਦਾ ਟਾਈਟਲ ਸੀਗਾ ਜਿਵੇਂ ਰਾਮ ਨੂੰ ਲਛਮਣ ਸੀ, ਕਿਉਂਕਿ ਮੇਰੇ ਤਾਇਆ ਜੀ ਦਾ ਤੇ ਰੂਪ ਸਾਹਿਬ ਦਾ, ਮੇਰੇ ਫਾਦਰ ਦਾ, ਇੱਕ ਇਸ ਤਰ੍ਹਾਂ ਦੀ ਜੋੜੀ ਦੇ ਤੌਰ ਤੇ ਸਮਾਜ ਦੇ ਵਿੱਚ ਔਰ ਸਾਹਿਤਕ ਖੇਤਰ 'ਚ ਉਹਨਾਂ ਨੂੰ ਮੰਨਿਆ ਜਾਂਦਾ ਸੀ ਵੀ ਦੋਨੇ ਜਿਹੜੇ ਭਰਾ ਨੇ ਇਹਨਾਂ ਦੀ ਇਸ ਤਰ੍ਹਾਂ ਦੀ ਇੱਕ ਸਾਂਝ ਹੈ, ਇਕੁਏਸ਼ਨ ਹੈ ਵੀ ਇਹ ਰਾਮ ਤੇ ਲਛਮਣ ਵਾਂਗ ਵਿਚਰਦੇ ਨੇ। ਸੋ ਉਸ ਟਾਈਟਲ ਥੱਲੇ ਮੈਂ ਜਿਹੜੀ ਇਹ ਮੇਰੀ ਮੈਂ ਕਿਤਾਬ ਸੀ ਜਿਵੇਂ ਰਾਮ ਨੂੰ ਲਛਮਣ ਸੀ, ਇਹ ਮੈਂ ਸੰਪਾਦਨਾ ਇਹਦੀਆਂ ਚਿੱਠੀਆਂ ਦੀ ਮੈਂ ਕੀਤੀ ਹੈ ਜੀ। ਹਾਂਜੀ, ਚਲੋ ਥੋੜਾ ਜਿਹਾ ਅੱਗੇ ਵੱਧਦੇ ਹਾਂ। ਚੌਥੀ ਪੀੜ੍ਹੀ, ਰੂਪ ਸਾਹਿਬ ਮੁਤਾਬਕ ਇਹ ਚੌਥੀ ਪੀੜ੍ਹੀ ਹੈ। ਰੀਤੂ ਸੰਜੀਵਨ ਹੋਣਾ, ਰੀਤੂ ਕੀ ਸਿਰਜਤਾ ਥੋੜੀ ਉਮਰ 'ਚ? ਅੰਕਲ ਪਹਿਲਾਂ ਤਾਂ ਮੈਂ ਬਚਪਨ ਤੋਂ ਹੀ ਲਿਖਦੀ ਆ ਰਹੀ ਸੀ, ਸਕੂਲ ਟਾਈਮਸ ਤੋਂ ਹੀ, ਤੇ 10ਵੀਂ ਕਲਾਸ ਤੋਂ ਸ਼ੁਰੂ ਕੀਤੀ ਸੀ ਪਹਿਲੀ ਪੋਇਮ। 2011-12 ਦੀ ਗੱਲ ਹੈ। ਤੇ ਕਰਦੇ 10 ਸਾਲਾਂ ਦੇ ਆਸ-ਪਾਸ ਮੇਰੇ ਕੋਲ 70-80 ਦੇ ਆਸ-ਪਾਸ ਕਵਿਤਾਵਾਂ ਹੋ ਗਈਆਂ ਸੀਗੀਆਂ, ਛੋਟੀਆਂ ਵੱਡੀਆਂ। ਤੇ ਫਿਰ ਘਰਦਿਆਂ ਦੇ ਉਹੀ ਜਿਵੇਂ ਗੁੜਤੀ ਮਿਲੀ ਹੋਈ ਸੀਗੀ ਕਿ ਤੁਸੀਂ ਹੋਰ ਲਿਖੋ। ਤੇ ਪਹਿਲਾਂ ਤਾਂ ਮੈਂ ਦੱਸਦੀ ਨਹੀਂ ਹੁੰਦੀ ਸੀ ਘਰੇ ਕਿ ਮੈਂ ਲਿਖਿਆ ਹੈ ਕੁਝ, ਮਤਲਬ ਮੇਰੀ ਪਰਸਨਲ ਡਾਇਰੀ ਵਾਂਗੂ ਮੇਨਟੇਨ ਕਰਦੀ ਹੁੰਦੀ ਸੀ। ਤੇ ਜਦ ਹੌਲੀ ਹੌਲੀ ਪਤਾ ਲੱਗਿਆ ਕਿ ਲਿਖਦੀ ਹੈ, ਫਿਰ ਇਹਨਾਂ ਨੇ ਹੋਰ ਇੰਪਰੂਵ ਕੀਤਾ। ਤੇ ਮੇਰੀ ਸ਼ੁਰੂ ਤੋਂ ਥੋੜੀ ਜਿਹੀ ਪ੍ਰੋਬਲਮ ਇਹ ਰਹੀ ਸੀ ਕਿ ਮੇਰਾ ਇੰਗਲਿਸ਼ 'ਚ ਜ਼ਿਆਦਾ ਥੋੜਾ ਕੰਫਰਟੇਬਲ ਆ ਮੈਂ, ਕਿਉਂਕਿ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਸਾਰਾ, ਤੇ ਸਾਡੀ ਜਨਰੇਸ਼ਨ ਥੋੜੀ ਸ਼ਿਫਟ ਹੋ ਗਈ। ਤੇ ਮੈਨੂੰ ਥੋੜਾ ਜਿਹਾ ਇਸ ਚੀਜ਼ ਦਾ ਇੱਕ ਗਿਲਟ ਵੀ ਹੈ ਕਿ ਸ਼ਾਇਦ ਮੈਂ ਪੰਜਾਬੀ 'ਚ ਉਨੀ ਵਧੀਆ ਨਹੀਂ ਆ ਜਿੰਨੇ ਮੇਰੇ ਘਰਦੇ ਆ, ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਮੈਂ ਪਲੱਸ ਹੀ ਕੀਤੀ ਹੈ ਕੋਈ ਚੀਜ਼, ਕਿ ਸਾਡੇ ਪੰਜਾਬੀ ਵਿਰਾਸਤ 'ਚ ਮੈਂ ਇੱਕ ਲੈਂਗੁਏਜ ਦਾ ਵਾਧਾ ਹੀ ਕੀਤਾ, ਸਗੋਂ ਘਟਾਇਆ ਨਹੀਂ ਕੁਝ। ਮਤਲਬ ਪੰਜਾਬੀ ਦਾ ਕੁਝ ਨਹੀਂ ਵਿਗੜਦਾ ਜੇ ਅੰਗਰੇਜ਼ੀ ਮਾੜੀ ਜਿਹੀ ਆ ਜਾਏ ਵਿੱਚ। ਤੇ ਤਾਂ ਕਰਕੇ ਫਿਰ ਜਿਹੜੀਆਂ ਕੁਝ ਸਭ ਤੋਂ ਵਧੀਆ ਕਵਿਤਾਵਾਂ ਸੀਗੀਆਂ 30 ਦੇ ਵਾਲੀ ਗੱਲ ਨਹੀਂ, ਜਿਹੜੀ ਤੂੰ ਪੰਜਾਬੀ ਬੋਲ ਰਹੀ ਆ ਕਮਾਲ ਦੀ ਹੈ। ਹਾਂਜੀ, ਤੇ 30 ਜਿਹੜੀਆਂ ਟੌਪ ਮੋਸਟ ਮੈਨੂੰ ਲੱਗੀਆਂ ਪੋਇਮਸ ਵਰਥ ਹੈਗੀਆਂ, ਤੇ ਫਿਰ ਉਹਨਾਂ ਨੂੰ ਅਸੀਂ ਪਬਲਿਸ਼ ਕਰਵਾਇਆ ਸੀ ਲਾਸਟ ਈਅਰ। ਤੇ ਉਹਦਾ ਕੰਪਾਈਲੇਸ਼ਨ ਹੈਗੀ ਹੈ ਯੂ ਐਂਡ ਆਈ, ਤੇ ਇਹ ਸੀ ਰਣਜੀਵਨ ਦੇ ਪੁੱਤ ਰਾਗ ਪਤਾ ਲੱਗਿਆ ਤੁਸੀਂ ਵਕੀਲ ਵੀ ਬਣ ਗਏ ਤੇ ਨਾਲ ਫਿਰ ਸਿਰਜਣਾ ਵੀ ਕਰਦੇ? ਹਾਂਜੀ, ਮੈਂ ਗੀਤਕਾਰੀ ਕਰਦਾ ਜੀ, ਮੈਂ ਗੀਤ ਲਿਖਦਾ ਮੈਂ ਨਾਲ ਤੇ YouTube ਤੇ ਵੀ ਗੀਤ ਨੇ ਮੇਰੇ 5-7 ਗੀਤ, ਤੇ ਉੱਦਾਂ ਮੇਰੇ 40-50 ਦੇ ਨੇੜੇ ਗੀਤ ਨੇ ਜਿਨ੍ਹਾਂ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬੁੱਕ ਵੀ ਛਾਪੀ ਜਾਏਗੀ, ਇੱਕ ਉਹ ਰਿਲੀਜ਼ ਕਰਾਂਗੇ, ਉਹ ਲੋਕਾਂ ਦੇ ਰੂਬਰੂ ਕਰਾਂਗੇ। ਹਾਂਜੀ, ਤੇ ਇਹ ਕਿੱਥੋਂ ਗੁੜਤੀ ਮਿਲ ਗਈ ਹੈ? ਇਹ ਗੁੜਤੀ ਜੇ ਮੈਂ ਤੁਹਾਨੂੰ ਅਸਲ ਗੱਲ ਦੱਸਾਂ ਤਾਂ ਜਿਵੇਂ ਸਾਡੇ ਘਰੇ ਕਵਿਤਾ ਲਿਖੀ ਜਾਂਦੀ ਹੈ ਤਾਂ ਸਾਡੇ ਘਰੇ ਖੁੱਲ੍ਹੀ ਕਵਿਤਾ ਲਿਖੀ ਜਾਂਦੀ ਹੈ, ਤੇ ਮੈਨੂੰ ਉਹ ਕਵਿਤਾ ਨਹੀਂ ਜ਼ਿਆਦਾ ਅੱਛੀ ਨਹੀਂ ਲੱਗਦੀ ਹੁੰਦੀ ਸੀ, ਜਿਵੇਂ ਲਾਈਨ ਨਾਲ ਲਾਈਨ ਜਿਹੜੀ ਹੈ ਉਹ ਨਹੀਂ ਜੁੜਦੀ, ਤੇ ਮੈਂ ਉਸ ਤੋਂ ਹਟ ਕੇ ਲਿਖਣ ਦੀ ਕੋਸ਼ਿਸ਼ ਕੀਤੀ। ਤਾਂ ਇਸ ਕਰਕੇ ਮੈਂ ਗੀਤ ਲਿਖਣੇ ਸ਼ੁਰੂ ਕੀਤੇ ਜਿਨ੍ਹਾਂ ਦੀਆਂ 2 ਲਾਈਨਾਂ ਮੇਲ ਕਰਦੀਆਂ ਨੇ। ਇਹ ਇੱਥੋਂ ਮੈਂ ਸੋਚਦਾ ਕਿ ਮੈਨੂੰ ਉੱਥੋਂ ਗੁੜਤੀ ਮਿਲੀ ਹੈ, ਆਪਣੇ ਘਰ ਦੇ ਵਿੱਚ ਹੀ ਪੜ੍ਹ ਕੇ ਸਾਹਿਤ ਨੂੰ। ਜਿਹੜਾ ਸਭ ਤੋਂ ਵਧੀਆ ਗੀਤ ਸਿਰਜਿਆ ਉਹਦੇ ਕੋਈ ਬੋਲ 2 ਦੱਸ ਸਕਦੇ? ਹਾਂਜੀ, ਮੇਰਾ ਇੱਕ ਪੰਜਾਬ ਦਾ ਵਿਰਸਾ ਗੀਤ ਸੀਗਾ, ਉਹਦੇ ਬੋਲ ਕੁਝ ਇਸ ਤਰ੍ਹਾਂ ਦੇ ਨੇ। ਚਿੱਟੇ ਚੌਲ ਚਿੱਟੀ ਕਪਾਹ ਚਿੱਟੇ ਦੁੱਧ ਵਰਗੀਆਂ ਨੀਤਾਂ, ਐਵੇਂ ਕਹਿੰਦੇ ਪੰਜਾਬ ਨੂੰ ਚਿੱਟਾ ਖਾ ਗਿਆ, ਇਹ ਕੈਸੀਆਂ ਚੱਲੀਆਂ ਰੀਤਾਂ। ਰੂਪ ਸਾਹਿਬ, ਤੁਸੀਂ ਅਕਸਰ ਦੇਖਿਆ ਵੀ ਜਿਹੜੇ ਕਰੰਟ ਇਸ਼ੂ ਨੇ, ਮੁੱਦੇ ਆਉਂਦੇ ਨੇ, ਉਹਨਾਂ ਦੇ ਝਟਪਟ ਕੋਈ ਸਿਰਜਣਾ ਕਰਕੇ, ਕੋਈ ਕਵਿਤਾ ਸਿਰਜ ਕੇ ਤੇ ਆਪਣੀ ਗੱਲ ਕਹਿੰਦੇ ਜੇ। ਕੋਈ ਪਿਛਲੇ ਦਿਨਾਂ 'ਚ ਇੱਦਾਂ ਦੀ ਸਿਰਜਣਾ ਕੀਤੀ ਤੁਸੀਂ? ਹਾਂ, ਮੈਂ ਮੇਰੀ ਜਿਹੜੀ ਕਿ ਲੇਟੈਸਟ ਕਵਿਤਾ ਇਸ ਵੇਲੇ ਹੈ ਉਹ ਇੱਕ ਇਸੇ ਤਰ੍ਹਾਂ ਹੀ ਹੈ। ਇਸ ਜਿਹੜਾ ਹੈਗਾ ਲੇਟੈਸਟ ਵਿਸ਼ੇ ਬਾਰੇ ਉਹ ਇਸ ਤਰ੍ਹਾਂ ਹੋਇਆ ਪਿੱਛੇ ਜੇ ਮੇਰੇ ਖਿਆਲ ਜੁਲਾਈ ਦਾ ਮਹੀਨਾ ਦੀ, ਉਹਦੇ ਵਿੱਚ ਇੱਕ ਕਿਨਾ ਆਪਣੇ ਸੁਪਰੀਮ ਕੋਰਟ ਦੀ DB ਨੇ ਇੱਕ ਫੈਸਲਾ ਕੀਤਾ। ਨੂਪਰ ਸ਼ਰਮਾ ਨੇ, ਜਿਹਨੇ ਇਹ ਬਿਆਨ ਦਿੱਤਾ ਸੀ, BJP ਦੇ ਲੀਡਰ, ਉਹਨੇ ਇਹ ਕਿਹਾ ਸੀ ਵੀ ਹਜ਼ਰਤ ਮੁਹੰਮਦ ਬਾਰੇ ਕਿਹਨਾਂ ਬੋਲਿਆ ਸੀ ਉਹਦੇ ਵਿਰੁੱਧ। ਉਹਦੇ ਜਿਹੜਾ ਫੈਸਲਾ ਹੋਇਆ ਫਿਰ ਉਹਦੇ 'ਚ ਕਾਫੀ ਰਿਐਕਸ਼ਨ ਹੋਇਆ, ਪੂਰੇ ਭਾਰਤ ਵਿੱਚ ਹੋਈ, ਬਲਕਿ ਮੁਸਲਮਾਨ ਦੇਸ਼ਾਂ ਵਿੱਚ ਵੀ ਹੋਇਆ। ਇੱਕ ਤਰ੍ਹਾਂ ਨਾਲ ਸੰਸਾਰ 'ਚ ਅੱਗ ਲੱਗਣ ਵਾਲੀ ਗੱਲ ਹੋ ਗਈ, ਅਤੇ ਭਾਰਤ ਵਿੱਚ ਵੀ ਬਹੁਤ ਰੌਲਾ ਪਿਆ, ਕਾਫੀ ਕਿਲਿਆਂ ਦੇ ਵਿੱਚ ਇਹਦਾ ਰਿਐਕਸ਼ਨ ਹੋਇਆ। ਉਹਦੇ ਬਾਰੇ ਫਿਰ ਇੱਕ ਕਵਿਤਾ ਲਿਖੀ। ਬੋਲੋ, ਦੱਸਿਓ, ਬੋਲੋ। ਇਹਦੇ ਵਿੱਚ ਆਪਣੇ ਸੁਪਰੀਮ ਕੋਰਟ ਦੇ ਜਿਹੜੇ ਹੈਗੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ JB ਪਾਰਦੀਵਾਲਾ ਦੇ ਨਾਂ ਇੱਕ ਮੈਂ ਕਵਿਤਾ ਲਿਖੀ ਹੈ। ਨਿਆਈ ਗਰਜੇ
ਬਨ ਕੱਫਣ ਨਿਆਂ ਮੰਦਰ ਦੇ ਨਿਆਈ ਗਰਜੇ, ਨਿਆਂ ਮੰਦਰ ਦੇ ਨਿਆਈ ਗਰਜੇ, ਸਿਰ ਦੇ ਉੱਤੇ ਬਨ ਕੱਫਣ ਨੰਗਾ ਕੀਤਾ ਉਹਨਾਂ ਬੋਲਾਂ ਨੂੰ ਜੋ ਜ਼ਹਿਰਾਂ ਘੋਲਣ ਵੰਡੀਆਂ ਪਾਵਨ, ਬੇਪਰਦ ਕੀਤਾ ਉਹਨਾਂ ਅੱਖੀਆਂ ਨੂੰ ਜੋ ਅੱਗ ਬਰਾਵਣ, ਲਾਵਾ ਛੱਡਣ ਪਾਜ ਉਧੇੜੇ ਉਸ ਮਾਨਸਿਕਤਾ ਦੇ ਜੋ ਧਰਮ ਜੋ ਆਪਣਾ ਉੱਚਾ ਜਾਣੇ, ਆਪਣਾ ਖਾਣਾ ਆਪਣਾ ਪਹਿਨਣ, ਬਾਕੀ ਸਭ ਨੂੰ ਠਿੱਠੋ ਜਾਣੇ। ਬਹੁਤ ਵਧੀਆ। ਇੱਕ ਰੂਪ ਸਾਹਿਬ ਦੱਸੋ, ਤੁਸੀਂ ਗੱਲ ਬੜੀ ਲੁਕੋ ਕੇ ਰੱਖੀ ਹੈ, ਮੈਨੂੰ ਪਤਾ ਲੱਗਾ ਵੀ ਤੁਹਾਡੀ ਜਿਹੜੀ ਜੀਵਨ ਸਾਥਣ ਹੈ ਸਤਪਾਲ ਕੌਰ, ਕਿਤਾਬਾਂ ਤੁਹਾਡੀਆਂ ਦੇ ਮੁੱਖ ਬੰਦ ਤੇ ਉਹ ਲਿਖਦੀ ਹੈ। ਹਾਂ, ਉਹ ਤਾਂ ਮੈਂ ਲੁਕੋ ਕੇ ਨਹੀਂ ਰੱਖੀ, ਉਹਦੇ ਵਰਗੇ ਕਿਤਾਬਾਂ 'ਚ ਛਪੇ ਹੈ। ਉਹਦਾ ਤਾਂ ਕਿਤਾਬਾਂ ਵਿੱਚ ਜਦ ਮੁਖਬੰਦ ਛਪਿਆ ਹੈ, ਜਦੋਂ ਨਾਵਲ ਕਿਹੜਾ ਉੱਥੇ ਰਿਲੀਜ਼ ਹੋਇਆ ਮੇਰਾ 2013 'ਚ, ਤਾਂ ਬਲਕਿ ਕਿਹਾ ਵੀ ਦੇਖੋ ਜੀ ਰੂਪ ਜੀ ਨੇ ਨਾਵਲ ਜਿਹੜਾ ਹੈਗਾ ਉਹਦਾ ਮੁਖਬੰਦ ਕਿਸੇ ਵਿਦਵਾਨ ਤੋਂ ਨਹੀਂ ਲਿਖਾਇਆ, ਉਹ ਬਲਕਿ ਉਹ ਇਤਰਾਜ਼ ਕਰਦੇ ਸੀ, ਆਪਣੀ ਪਤਨੀ ਤੋਂ ਲਿਖਾਇਆ। ਤੇ ਉਹ ਮੈਂ ਮੁਖਬੰਦ ਕਿਸੇ ਤੋਂ ਲਿਖਾਉਂਦਾ ਨਹੀਂ ਹੈ ਨਾ। ਮੇਰੇ ਬ੍ਰਦਰ ਸੰਤੋਖ ਸਿੰਘ ਕਿਸੇ ਤੋਂ ਮੁਖਬੰਦ ਲਿਖਾਉਂਦੇ ਸੀ। ਉਹਨਾਂ ਨੇ ਇੱਕ ਕਿਤਾਬ ਦਾ ਮੁਖਬੰਦ ਲਿਖਾਇਆ ਸੀ, ਉਹਦਾ ਸੀ ਕਰਤਾ ਦਾ ਨਾਂ ਪੋਫਟਾਲਾ, ਉਹ ਲਿਖਾਇਆ ਸੀ ਸੰਤ ਸਿੱਖੋ ਤੋਂ, ਬੜੇ ਵੱਡੇ ਵਿਦਵਾਨ ਤੇ ਉਸ ਸਮੇਂ, ਜਿਹਨੇ ਸਾਹਿਤਿਆਰਥ ਲਿਖਿਆ ਸੀ, ਬੜੀ ਵੱਡੀ ਕਿਤਾਬ ਆਪਣੇ ਪੜਚੋਲ ਦੀ ਆਲੋਚਨਾ ਦੀ, ਉਹਦੇ 'ਚ ਬੜੀ ਓਰੀਜਨਲ ਗੱਲਾਂ ਕੀਤੀਆਂ ਉਹਨਾਂ ਨੇ। ਉਹ ਜਿਹੜੀ ਉਸ ਤੋਂ ਲਿਖਾਇਆ, ਉਹਦੇ ਬਾਅਦ ਸੰਤੋਖ ਨੇ ਕਿਸੇ ਤੋਂ ਮੁਖਬੰਦ ਨਹੀਂ ਲਿਖਾਇਆ, ਨਾ ਮੈਂ ਕਿਸੇ ਤੋਂ ਮੁਖਬੰਦ ਲਿਖਾਉਂਦਾ ਸੀ। ਮੈਂ ਥੋੜੀ ਉਧਰ ਵੀ ਗੱਲ ਕਰ ਲਾਂ, ਜਦੋਂ ਸਾਰੀ ਉਮਰ ਰੂਪ ਸਾਹਿਬ ਲਿਖਦੇ ਹੀ ਰਹੇ, ਤੇ ਜਦੋਂ ਤੁਸੀਂ ਇਹਨਾਂ ਦੇ ਕੋਲ ਬੈਠਦੇ ਸੀ, ਇਹ ਘੰਟਿਆਂ ਬੱਧੀ ਲਿਖਦੇ ਸੀ, ਤੇ ਕਿਵੇਂ ਫੀਲ ਕਰਦੇ? ਨਹੀਂ, ਮੈਨੂੰ ਬੜਾ ਅੱਛਾ ਫੀਲ ਹੁੰਦਾ ਸੀਗਾ, ਤੇ ਸਗੋਂ ਇੰਜੋਏ ਕਰਦੀ ਸੀ। ਜੇ ਕਿਤੇ ਇਹਨਾਂ ਨੇ ਬੈਠੇ ਹੋਣਾ ਤੇ ਮੈਂ ਦੂਸਰੇ ਕਮਰੇ 'ਚ ਹੁੰਦੀ ਸੀ, ਮੈਂ ਫਟ ਉੱਤੇ ਚਲੀ ਜਾਂਦੀ ਸੀ। ਇੰਨਾ ਮੈਨੂੰ ਇੰਟਰਸਟਿੰਗ ਲੱਗਦਾ ਸੀਗਾ ਇਹ ਟਾਈਮ ਇਹਨਾਂ ਦੇ ਨਾਲ ਬੈਠਣ ਦਾ। ਬੱਚੇ ਵੀ ਕੋਲ ਹੁੰਦੇ ਸੀਗੇ, ਬੱਚੇ ਵੀ ਨਾਲ ਪੂਰੀ ਡਿਸਕਸ ਕਰਦੇ ਨੇ, ਬਹਿਸ ਕਰਦੇ ਨੇ, ਤੇ ਬੜਾ ਅੱਛਾ ਫਿਰ ਇੰਜੋਏ ਕਰੀਦਾ। ਰੂਪ ਸਾਹਿਬ, ਇੱਕ ਸਵਾਲ, ਕਿਉਂਕਿ ਮੈਂ ਤੁਹਾਨੂੰ ਜਿੰਨਾ ਕਿ ਲਿਖਿਆ ਪੜ੍ਹਿਆ ਸੁਣਿਆ, ਤੁਸੀਂ ਇਨਸਾਨੀਅਤ ਬਾਰੇ, ਜ਼ਿੰਦਗੀ ਬਾਰੇ ਲਿਖਿਆ। ਜੇ ਦੋ ਸ਼ਬਦਾਂ 'ਚ ਕਿਹਾ ਜਾਵੇ ਤੇ ਜ਼ਿੰਦਗੀ ਦਾ ਡੈਫੀਨੇਸ਼ਨ, ਪਰਿਭਾਸ਼ਾ ਕੀ ਹੈ? ਜ਼ਿੰਦਗੀ ਦੀ ਜਿਹੜੀ ਪਰਿਭਾਸ਼ਾ ਹੈ ਉਹ ਤਾਂ ਅੱਗੇ ਵਧਣਾ ਹੈ, ਸੰਘਰਸ਼ ਕਰਨਾ ਹੈ। ਜ਼ਿੰਦਗੀ ਜੇ ਤੁਸੀਂ ਆਪਣੇ ਤੁਸੀਂ ਸੰਘਰਸ਼ ਨਹੀਂ ਕਰਦੇ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਨਹੀਂ ਹੈ, ਤੁਸੀਂ ਉਹ ਆਪਣਾ ਮੁਰਦਾਪਣ ਹੈ। ਜ਼ਿੰਦਗੀ ਦਾ ਨਾਮ ਅੱਗੇ ਤੁਰਨਾ, ਅੱਗੇ ਤੁਰਨਾ। ਜ਼ਿੰਦਗੀ ਚਾਹੇ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਦੀ ਤੁਸੀਂ ਹਾਲਾਤਾਂ 'ਚ ਪੈਦਾ ਹੋਏ ਹੋ, ਉਹਨਾਂ ਹਾਲਾਤਾਂ ਨੂੰ ਬਦਲਣਾ, ਹੋਰ ਠੀਕ ਕਰਨਾ, ਅਗਲਾ ਭਵਿੱਖ ਹੋਰ ਲੋਕਾਂ ਲਈ ਠੀਕ ਆਪਣੇ ਕਰਦੇ ਜਾਣਾ, ਇਹੀ ਜ਼ਿੰਦਗੀ ਹੈ। ਇੱਕ ਮੈਨੂੰ ਹੋਰ ਗੱਲ ਯਾਦ ਆਈ ਹੈ, ਤੁਹਾਡੇ ਵੱਡੇ ਬ੍ਰਦਰ ਮਰਹੂਮ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ, ਉਹ ਪੜ੍ਹੇ ਕਿੰਨਾ ਸੀ? ਉਹ ਸਕੂਲ 'ਚ ਸਿਰਫ ਪੜ੍ਹੇ ਸੀ, ਸਿਰਫ 6 ਜਮਾਤਾਂ, ਸਿਰਫ 6 ਜਮਾਤਾਂ ਪੜ੍ਹੇ ਸੀ। ਫਿਰ ਉਹਨੇ ਹੌਲੀ ਹੌਲੀ ਉਹ ਆਪਣੀ 10ਵੀਂ ਓਨਲੀ 10ਵੀਂ ਪਾਸ ਅੰਗਰੇਜ਼ੀ ਦੀ ਪਾਸ ਕੀਤੀ। ਮੈਂ ਉੱਥੇ ਹੀ ਆਉਣਾ ਚਾਹੁੰਦਾ। ਇਹਦਾ ਮਤਲਬ ਵੀ ਵੱਡਾ ਲੇਖਕ ਬਣਨ ਲਈ ਉੱਚ ਯੋਗਤਾ ਜ਼ਰੂਰੀ ਨਹੀਂ, ਕੀ ਜ਼ਰੂਰੀ ਹੈ? ਇਹ ਜ਼ਿਆਦਾ ਜ਼ਿੰਦਗੀ ਦਾ ਜਿਹੜੀ ਹੈਗੀ ਤੁਹਾਨੂੰ ਅਨੁਭਵ ਹੈ, ਉਹ ਵੀ ਥੋੜ੍ਹਾ ਵਿਸ਼ਾਲ ਅਤੇ ਡੂੰਘਾ ਹੋਵੇ। ਜਿਵੇਂ ਗੁਰੂ ਨਾਨਕ ਦਾ ਸੀ, ਗੁਰੂ ਨਾਨਕ ਨੇ ਕੋਈ PhD ਨਹੀਂ ਕੀਤੀ, ਗੁਰੂ ਗੋਬਿੰਦ ਸਿੰਘ ਨੇ ਕੋਈ PhD ਨਹੀਂ ਕੀਤੀ, ਗੁਰੂ ਅਰਜਨ ਦੇਵ ਨੇ ਕੋਈ ਡਾਕਟਰੀ ਨਹੀਂ ਕੀਤੀ, ਕਿਸੇ ਯੂਨੀਵਰਸਿਟੀ 'ਚ ਪੜ੍ਹੇ। ਉਹਦਾ ਜੀਵਨ ਜਿਹੜਾ ਹੈਗਾ ਕਿਰਨ ਦੀ ਜ਼ਿੰਦਗੀ, ਉਹ ਵਿਸ਼ਾਲ ਅਨੁਭਵ ਸੀ। ਔਰ ਫਿਰ ਲੋਕਾਂ ਦੇ ਪਾਸੇ ਦੀ ਗੱਲ ਕਰਦੇ ਸੀ, ਉਹਨਾਂ ਬਾਰੇ ਸੋਚਦੇ ਸੀ। ਇਹ ਹੈ ਕਿ ਉਹਦੇ ਹਜ਼ਾਰੀ ਪ੍ਰਸਾਦ ਤਵੈਦੀ ਸੀ, ਉਹ ਪੜ੍ਹੇ ਲਿਖੇ ਨਹੀਂ ਸੀ, ਪਰ ਉਹ ਬਣੇ ਐਡੇ ਬੜੇ ਵਿਦਵਾਨ ਸੀ ਹਿੰਦੁਸਤਾਨ 'ਚ। ਉਹ ਫਿਰ ਪੰਜਾਬ ਯੂਨੀਵਰਸਿਟੀ ਵਿੱਚ ਹੈੱਡ ਆਫ ਡਿਪਾਰਟਮੈਂਟ ਬਣੇ, ਆਪਣੇ ਉਰੇ ਆ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੂੰ ਉੱਥੇ ਲਾਇਆ। ਜਿਹੜੀ ਵਿਦਵਤਾ ਨਾ, ਵਿਦਵਾਨ ਹੈ, ਉਹ ਡਿਗਰੀਆਂ 'ਚ ਨਹੀਂ ਆਪਣੀ ਪਈ, ਉਹ ਤੁਹਾਡੀ ਜਿਹੜਾ ਤੁਸੀਂ ਵਿਦਵਾਨ ਕਿਤਾਬਾਂ 'ਚੋਂ ਨਹੀਂ ਨਿਕਲਦਾ। ਸੰਜੀਵ ਜੀ, ਆਪਾਂ ਨਾਟਕ ਦੀ ਗੱਲ ਕਰੀਏ, ਰੰਗਮੰਚ ਦੀ ਗੱਲ ਕਰੀਏ, ਭਾਈ ਮੰਨਾ ਸਿੰਘ ਜੀ, ਗੁਰਸ਼ਰਨ ਭਾਜੀ ਮਰਹੂਮ, ਉਹਨਾਂ ਨੇ ਜੋ ਕੁਛ ਨਾਟਕ ਰਾਹੀਂ ਪੰਜਾਬ ਦੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਆਵਾਜ਼ ਸੇਧ ਦਿੱਤੀ, ਇਹ ਨਾਟਕ ਕਿੰਨਾ ਕੁ ਸ਼ਕਤੀਸ਼ਾਲੀ ਹੈ ਸਮਾਜ ਬਦਲਣ ਲਈ? ਨਾਟਕ ਦਾ ਜੀ ਡੰਗ ਬਹੁਤ ਤਿੱਖਾ ਹੈ। ਅੱਛਾ।
ਨਾਟਕ ਦਾ ਅਸਰ ਸਿੱਧਾ ਸਿੱਧਾ ਦਿਲੋਂ ਦਿਮਾਗ ਤੇ ਹੁੰਦਾ ਹੈ। ਕੋਈ ਹੋਰ ਅੰਗ ਨਹੀਂ ਆਪਣਾ ਪਕੜ ਚ ਆਉਂਦਾ, ਜਕੜ ਚ ਆਉਂਦਾ ਨਾਟਕ ਦੀ, ਸਿੱਧਾ ਹੀ ਹਲੂਣਦਾ ਹੈ ਬੰਦੇ ਨੂੰ ਵੀ ਇੱਧਰ ਨੂੰ ਆ ਜਾ। ਤੇ ਕਿਉਂਕਿ ਗੱਲ ਆਏ ਆ ਵੀ ਜਿਹੜੀ ਕਵਿਤਾ ਹੈ, ਜਿਹੜਾ ਨਾਵਲ ਹੈ ਜਾਂ ਕਹਾਣੀ ਹੈ, ਉਹ 'ਚ ਸਿਰਫ ਲਿਖ ਕੇ ਹੀ ਲੇਖਣੀ ਦਾ ਹੀ ਪ੍ਰਭਾਵ ਪੈਂਦਾ ਹੈ। ਨਾਟਕ 'ਚ ਹੋਰ ਵੀ ਐਡੀਸ਼ਨ ਹੋ ਜਾਂਦੀ। ਨਾਟਕ 'ਚ ਜਿਹੜੇ ਡਾਇਲੋਗ, ਉਹ 'ਚ ਪਾਤਰ ਦੀ ਅਦਾਕਾਰੀ, ਉਹ 'ਚ ਕੋਸਟਿਊਮ, ਉਹ 'ਚ ਮੇਕਅਪ, ਉਹ 'ਚ ਲਾਈਟਿੰਗ, ਉਹ 'ਚ ਮਿਊਜ਼ਿਕ, ਇਹਨਾਂ ਕਿਉਂਕਿ ਨਾਟਕ ਦੀ ਜਿਹੜੀ ਗੱਲ ਹੈ ਉਹ ਬਹੁਤ ਅਸਰ ਪਾਉਂਦੀ ਹੈ ਆਮ ਰੋਜ਼ਮਰਰਾ ਦੀ ਜ਼ਿੰਦਗੀ 'ਤੇ। ਤੁਸੀਂ ਬਹੁਤ ਨਾਟਕ ਖੇਡੇ, ਤੁਹਾਨੂੰ ਸਟੇਜਾਂ ਤੇ ਬਹੁਤ ਦੇਖਿਆ। ਫਿਲਮ 'ਚ ਕੰਮ ਕਰਨਾ ਕਿੰਨਾ ਔਖਾ ਤੇ ਨਾਟਕ 'ਚ ਕੰਮ ਕਰਨਾ ਕਿੰਨਾ ਔਖਾ? ਫਿਲਮਾਂ ਮੈਂ ਵੈਸੇ ਬਹੁਤ ਘੱਟ ਕੀਤੀਆਂ, ਪਹਿਲਾਂ 2-4 ਕੀਤੀਆਂ, ਅਤੇ ਦੋਹਾਂ ਦੇ ਨਾ ਇੱਕ ਅੱਡ ਵਿਧਾਵਾਂ ਨੇ। ਫਿਲਮ ਦੀ ਅੱਡ ਵੇ ਆਫ ਵਰਕਿੰਗ ਹੈ ਅਤੇ ਨਾਟਕ ਦਾ ਅਲੱਗ ਹੈ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਵੀ ਇਹ ਸੌਖਾ ਹੈ ਜਾਂ ਇਹ ਔਖਾ ਹੈ। ਦੋਹੇ ਵਿਧਾਵਾਂ ਮੈਨੂੰ ਨਾਟਕ ਖੇਡਣਾ ਔਖਾ ਲੱਗਦਾ, ਮਤਲਬ ਵੀ ਫਿਲਮ 'ਚ ਤੇ ਇਹ ਵੀ ਸ਼ੂਟਿੰਗ ਹੋ ਗਈ, 20 ਵਾਰੀ ਕੱਟ ਲਾਤਾ, ਜਿੱਥੇ ਮਰਜ਼ੀ ਕੱਟ ਲਾਤਾ, ਤੇ ਨਾਟਕ ਤੇ ਫਿਰ ਤੁਸੀਂ ਉੱਥੇ ਤਾਂ ਕਹਿ ਨਹੀਂ ਸਕਦੇ ਦਰਸ਼ਕਾਂ ਨੂੰ ਵੀ ਰੋਕ ਜਾਓ ਮੈਂ ਭੁੱਲ ਗਿਆ। ਨਹੀਂ, ਉਹ ਤਾਂ ਠੀਕ ਹੈ ਤੁਹਾਡੀ ਗੱਲ। ਨਾਟਕ ਦੀ ਇਹ ਕਠਿਨਾਈ ਆਉਂਦੀ ਹੈ ਨਾਟਕ 'ਚ ਜਦੋਂ ਤੁਸੀਂ, ਕਿਉਂਕਿ ਇਹ 'ਚ ਕੋਈ ਰੀਟੇਕ ਨਹੀਂ ਹੈ, ਸਟੇਟ ਟੇਕ ਹੈ। ਤੁਹਾਨੂੰ ਐਕਸ਼ਨ ਰਿਐਕਸ਼ਨ ਲੋਕ ਆਡੀਅנס ਤੁਹਾਨੂੰ ਹੂਟ ਕਰਦੇ ਨੇ ਕਿ ਹੇਲ ਕਰਦੇ ਨੇ, ਤੁਹਾਨੂੰ ਨਾਲ ਦੀ ਨਾਲ ਰਿਸਪੌਂਸ ਪਤਾ ਲੱਗ ਜਾਂਦਾ ਹੈ। ਫਿਲਮ 'ਚ ਤੁਹਾਨੂੰ ਮੇਕਿੰਗ ਤੋਂ ਬਾਅਦ ਰਿਲੀਜ਼ ਹੋਊਗੀ, ਫਿਰ ਆਡੀਅנס ਦਾ ਰਿਸਪੌਂਸ ਕੀ ਆ, ਤੁਹਾਨੂੰ ਫਿਰ ਉਹਦੇ ਪ੍ਰਭਾਵ ਪਤਾ ਲੱਗਣਗੇ। ਨਾਟਕ ਦਾ ਇਹ ਤਾਂ ਹੈ ਮੁਸ਼ਕਿਲ, ਪਰ ਫਿਲਮ ਦੀਆਂ ਜਿਹੜੀਆਂ ਕਠਿਨਾਈਆਂ ਉਹ ਆਪਣੇ, ਕਿਉਂਕਿ ਕੈਮਰਾ ਫੇਸ ਕਰਨਾ ਵੀ ਕੋਈ ਮਾਮੂਲੀ ਗੱਲ ਨਹੀਂ ਹੈ, ਕਿਉਂਕਿ ਕਈ ਐਕਟਰ ਹੁੰਦੇ ਨੇ ਨਾਟਕਾਂ 'ਚ ਕਾਮਯਾਬ ਹੋ ਜਾਂਦੇ ਨੇ, ਫਿਲਮਾਂ 'ਚ ਨਹੀਂ ਉਹ ਬਹੁਤਾ ਕਾਮਯਾਬ ਹੋ ਪਾਉਂਦੇ। ਕਈ ਫਿਲਮਾਂ 'ਚ ਬੜੇ ਸਕਸੈਸ ਹੁੰਦੇ ਨੇ, ਉਹ ਸਟੇਜ 'ਤੇ ਨਾਟਕਾਂ 'ਚ ਆ ਕੇ ਨਹੀਂ ਕਾਮਯਾਬ ਹੁੰਦੇ। ਇਹ ਦੋਹੇ ਅੱਡ ਵਿਧਾਵਾਂ, ਇਹਨਾਂ ਨੂੰ ਦੋਹਾਂ ਨੂੰ ਬਰਾਬਰ ਦੇ ਪੱਧਰ 'ਤੇ ਹੀ ਕਠਿਨ ਕਹਿ ਸਕਦੇ ਹਾਂ ਅਤੇ ਸੌਖਾ ਕਹਿ ਸਕਦੇ ਹਾਂ। ਰਣਜੀਵਨ ਜੀ, ਇੱਕ ਦੱਸੋ, ਜਿਹੜੇ ਪਰਿਵਾਰ 'ਚ ਸਾਰੇ ਲੇਖਕ ਹੋਣ, ਸਾਹਿਤਕਾਰ ਹੋਣ, ਰੰਗਕਰਮੀ ਹੋਣ, ਈਵਨ ਬੱਚੇ ਵੀ ਜਿਹੜੇ ਨੇ, ਕਿਉਂਕਿ ਆਮ ਕਿਹਾ ਜਾਂਦਾ ਵੀ ਜਿਹੜਾ ਕਿਤਾਬਾਂ ਪੜ੍ਹਨ ਦਾ ਸ਼ੌਂਕੀ ਹੋਵੇ ਉਹ ਬਹੁਤ ਬਲਵਾਨ ਬੰਦਾ ਹੁੰਦਾ, ਬੁੱਧੀਜੀਵੀ ਹੁੰਦਾ, ਉਹਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਜਾਂਦੀ, ਅਤੇ ਜਿਹੜਾ ਲਿਖਦਾ ਹੋਵੇ ਉਹ ਤਾਂ ਬਹੁਤ ਵੱਡੀ ਗੱਲ ਆ। ਸੋ ਇਸ ਪਰਿਵਾਰ 'ਚ ਜਿਵੇਂ ਸਾਰਾ ਪ੍ਰਵਾਹ ਚੱਲਦਾ, ਆਮ ਪਰਿਵਾਰ ਅਤੇ ਅਜਿਹੇ ਪਰਿਵਾਰ 'ਚ ਕੀ ਫਰਕ ਸਮਝਦੇ ਤੁਸੀਂ? ਦੇਖੋ, ਸਾਹਿਤ ਪਹਿਲੀ ਗੱਲ ਤਾਂ ਆਪਣੇ ਆਪ 'ਚ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਨੂੰ ਡਿਪਰੈਸ਼ਨ 'ਚੋਂ ਕੱਢਦਾ, ਚੰਗੇ ਪਾਸੇ ਲੈ ਕੇ ਜਾਂਦਾ। ਇਹ ਤਾਂ ਇੱਕ ਪੱਖ ਹੈ, ਜਿਉਣਾ ਸਿਖਾਉਂਦਾ। ਔਰ ਜਿਹੜੇ ਸਾਹਿਤਕ ਪਰਿਵਾਰ ਦੀ ਆਪਾਂ ਗੱਲ ਕਰ ਲਈਏ, ਠੀਕ ਹੈ, ਰਾਜਨੀਤਿਕ ਪਰਿਵਾਰ ਹੁੰਦੇ ਨੇ, ਉਹਨਾਂ ਦੇ ਵਿੱਚ ਬੱਚੇ ਚਾਈ ਜਿਹੜੇ ਨੇ ਉਹ ਲੱਗਦੇ ਨੇ, ਨਾਲ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ, ਜਾਂ ਬਹੁਤ ਸਾਰੀਆਂ ਜਿਹੜੀ ਫਿਲਮ ਇੰਡਸਟਰੀ ਦੇ ਜਿਹੜੇ ਬੱਚੇ ਨੇ, ਇੱਕ ਤਾਂ ਉਹ ਪਰਿਵਾਰਵਾਦ ਹੈ। ਸਾਹਿਤ ਦੇ ਵਿੱਚ ਪਰਿਵਾਰਵਾਦ ਜਿਹਨੂੰ ਆਪਾਂ ਕਹਿ ਲਈਏ, ਇਹ ਇੱਕ ਬੜੀ ਰੇਅਰ ਇੱਕ ਸਿਚੁਏਸ਼ਨ ਹੈਗੀ ਹੈ, ਸ਼ਾਇਦ ਮਤਲਬ ਪੰਜਾਬ ਦੇ ਖਿੱਤੇ ਜਾਂ ਨੈਸ਼ਨਲੀ ਇੰਟਰਨੈਸ਼ਨਲੀ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕੋਈ ਫੈਮਿਲੀ ਜਿਹੜੀ ਹੈ ਇਸ ਤਰ੍ਹਾਂ ਲਗਾਤਾਰਤਾ 'ਚ ਇਕੱਠੀ ਉਹ ਕੰਮ ਕਰ ਰਹੀ ਹੋਵੇ। ਹਾਂ, ਮੈਨੂੰ ਲੱਗਦਾ ਇਸ ਤਰ੍ਹਾਂ ਹੋ ਸਕਦਾ ਕਿਤੇ ਇਸ ਤਰ੍ਹਾਂ ਦੇ ਐਗਜ਼ਾਮਪਲਸ ਪਏ ਹੋਣ। ਦੂਜੇ ਜਿਹੜੀ ਮੈਂ ਗੱਲ ਸਮਝਦਾ ਵੀ ਅਸੀਂ ਇਸ ਚੀਜ਼ 'ਚ ਓਤ-ਪੋਤ ਕਿਉਂ ਆ, ਵੀ ਅਸੀਂ ਸਾਂਝੇ ਪਰਿਵਾਰ 'ਚ ਵੀ ਰਹਿ ਰਹੇ ਹਾਂ। ਵੱਡੀ ਗੱਲ ਇਹ ਜਿਹਨੂੰ ਮੈਂ ਵੱਡੀ ਗੱਲ ਮਹਿਸੂਸ ਕਰਦਾ। ਕਮੀਆਂ ਪੇਸ਼ੀਆਂ, ਕੋਈ ਸੁਭਾਅ ਦੇ ਵਖਰੇਵੇਂ, ਇਹ ਸਾਰੇ ਮਨੁੱਖਾਂ 'ਚ ਸਾਰਿਆਂ 'ਚ ਹੁੰਦੇ ਨੇ, ਪਰ ਜਦੋਂ ਅਸੀਂ ਇੱਕੋ ਛੱਤ ਥੱਲੇ ਮੰਮੀ ਡੈਡੀ ਨਾਲ ਉਹਨਾਂ ਦੀ ਸਰਪ੍ਰਸਤੀ 'ਚ ਅਸੀਂ ਰਹਿ ਰਹੇ ਹਾਂ, ਸਾਰੇ ਦੋਨੇ ਭਰਾ ਅਤੇ ਸਾਡੇ ਬੱਚੇ ਅਤੇ ਸਾਡੀਆਂ ਪਤਨੀਆਂ, ਜਿਹੜੇ ਮਤਲਬ ਅਸੀਂ 10 ਬੰਦੇ ਅਸੀਂ ਘਰ ਦੇ ਹੈਗੇ ਹਾਂ, ਉਹ ਸਾਡੇ ਲਈ ਇੱਕ ਮੈਂ ਸਮਝਦਾ ਆਪਣੇ ਆਪ 'ਚ ਇੱਕ ਤਾਕਤ ਹੈ। ਉਹ ਫਿਰ ਜੋ ਵੀ ਸਾਡੇ ਪੈਸ਼ਨਸ ਨੇ, ਜੋ ਸਾਡੀਆਂ ਕਮਿਟਮੈਂਟਸ ਨੇ, ਉਹਨੂੰ ਵੀ ਉਹ ਸਹਾਈ ਜਿਹੜੀ ਹੁੰਦੀਆਂ ਚੀਜ਼ਾਂ ਜਦੋਂ ਅਸੀਂ ਇਕੱਠੇ ਰਹਿੰਦੇ ਹਾਂ। ਸੋ ਇਹ ਚੀਜ਼ਾਂ ਮੈਂ ਸਮਝਦਾ ਵੀ ਅਸੀਂ ਓਤ-ਪੋਤ ਹਾਂ ਇਸ ਗੱਲ ਦੇ ਵਿੱਚ, ਸਾਨੂੰ ਰੈਸੀਪ੍ਰੋਕਲ ਨੇ ਇਕੱਠੇ ਰਹਿਣਾ। ਹੋ ਸਕਦਾ ਜੇ ਅਸੀਂ ਅੱਡ ਰਹਿੰਦੇ ਹੁੰਦੇ ਕਿਤੇ, ਸ਼ਾਇਦ ਅਸੀਂ ਇੰਨੀ ਆਊਟਪੁੱਟ ਜਾਂ ਇੰਨੀ ਸਮਰੱਥਾ ਨਾਲ ਨਾ ਕੰਮ ਕਰ ਸਕਦੇ। ਤੁਸੀਂ ਇਹ ਸਾਰੀ ਜਿਹੜੀ ਗੱਲ ਕੀਤੀ ਉਹਨੂੰ ਕਿਸੇ ਕਵਿਤਾ ਦੇ ਰੂਪ ਵਿੱਚ ਵੀ ਬੋਲ ਕੇ ਦੱਸ ਸਕਦੇ ਜੀ? ਕਵਿਤਾ ਆਪਣੀ ਥਾਂ 'ਤੇ ਹੈ ਜੀ, ਪਰ ਮੈਂ ਇੱਕ ਕਵਿਤਾ ਹੋਰ ਵਿਸ਼ੇ 'ਤੇ ਲਿਖੀ ਹੈ, ਜਿਨ੍ਹਾਂ ਅਸੀਂ ਬੜੇ ਡਾਊਨ ਟ੍ਰੋਡਨ ਲੋਕਾਂ ਦੀ ਜਿਹਦੀ ਅਸੀਂ ਗੱਲ ਕਰਦੇ ਹਾਂ। ਮੈਂ ਉਹ ਕਵਿਤਾ ਤੁਹਾਨੂੰ ਸੁਣਾ ਦਿੰਦਾ। ਮੈਂ ਪਿੱਛੇ ਜਿਹੇ ਲਿਖੀ ਸੀ, ਇਹਦਾ ਟਾਈਟਲ ਹੈਗਾ ਜੀ ਚੱਲਣੇ ਚਾਹੀਦੇ ਨੇ ਬੁਲਡੋਜ਼ਰ। ਇਹ ਥੋੜ੍ਹੀ ਕਟਾਸ਼ਕ ਦੇ ਫਾਰਮ 'ਚ ਹੈ। ਚੱਲਣੇ ਚਾਹੀਦੇ ਨੇ ਬੁਲਡੋਜ਼ਰ, ਇਹ ਗੰਦੇ ਗਲੀਜ਼ ਲੋਕ ਜੋ ਵਸਦੇ ਨੇ ਗੰਦੀਆਂ ਬਸਤੀਆਂ ਵਿੱਚ, ਇਹ ਲੋਕ ਪਾਉਂਦੇ ਨੇ ਗੰਦ, ਵਿਗਾੜਦੇ ਨੇ ਵਾਤਾਵਰਣ, ਲਾਉਂਦੇ ਨੇ ਗ੍ਰਹਿਣ ਸਾਡੇ ਸੁੰਦਰ ਸ਼ਹਿਰ ਨੂੰ। ਚੱਲਣੇ ਚਾਹੀਦੇ ਨੇ ਬੁਲਡੋਜ਼ਰ ਇਹਨਾਂ ਗੰਦੀਆਂ ਬਸਤੀਆਂ ਉੱਤੇ,
ਜੋ ਨਜਾਇਜ਼ ਹੀ ਉਸਰ ਗਈਆਂ ਨੇ, ਬਿਨਾਂ ਕਿਸੇ ਆਗਿਆ ਤੋਂ, ਬਿਨਾਂ ਕਿਸੇ ਅਧਿਕਾਰ ਤੋਂ। ਇਹਨਾਂ ਬਸਤੀਆਂ ਦੇ ਬਾਸ਼ਿੰਦੇ, ਸਾਡੇ ਬਗੀਚਿਆਂ ਦੇ ਮਾਲੀ, ਸਾਡੇ ਘਰਾਂ ਦੀਆਂ ਬਾਈਆਂ, ਗਲੀਆਂ ਵਿੱਚ ਜੋ ਦਿੰਦੇ ਹੋ ਕੇ ਦੁੱਧ, ਬ੍ਰੈਡ, ਫਲ, ਸਬਜ਼ੀਆਂ ਦੇ, ਇਹਨਾਂ ਗੰਦੀਆਂ ਬਸਤੀਆਂ ਦੇ ਬਾਸ਼ਿੰਦੇ ਉਸਾਰਦੇ ਸਾਡਿਆਂ ਘਰਾਂ ਨੂੰ, ਪਾਲਦੇ ਸਾਡੇ ਬੱਚਿਆਂ ਨੂੰ, ਘਮਾਉਂਦੇ ਸਾਡੇ ਕੁੱਤਿਆਂ ਨੂੰ, ਧੋਂਦੇ ਸਾਡੀਆਂ ਗੱਡੀਆਂ ਕਾਰਾਂ। ਇਹਨਾਂ ਬਸਤੀਆਂ ਦੇ ਬਾਸ਼ਿੰਦੇ ਸਾਫ਼ ਕਰਦੇ ਸਾਡੀਆਂ ਗਲੀਆਂ, ਚੁੱਕਦੇ ਕੂੜਾ ਸਾਡਿਆਂ ਘਰਾਂ ਦਾ, ਸੜਾਂਦ ਮਾਰਦੇ ਗਟਰ ਕਰਦੇ ਨੇ ਸਾਫ਼, ਖੋਲ੍ਹਦੇ ਸੀਵਰ ਦੀਆਂ ਬੰਦ ਨਾਲੀਆਂ। ਪਰ ਇਹ ਗੰਦੇ ਲੋਕ, ਇਹ ਗਲੀਜ਼ ਲੋਕ ਕਿੰਜ ਕਰ ਸਕਦੇ ਨੇ ਹਿਮਾਕਤ? ਨਜਾਇਜ਼ ਬਸਤੀਆਂ ਉਸਾਰਨ ਦੀ, ਸਾਡੇ ਸੁੰਦਰ ਸ਼ਹਿਰ ਨੂੰ ਗ੍ਰਹਿਣ ਲਾਉਣ ਦੀ, ਪ੍ਰਦੂਸ਼ਿਤ ਕਰਨ ਦੀ। ਚੱਲਣੇ ਚਾਹੀਦੇ ਨੇ ਬਲਡੋਜ਼ਰ, ਬਿਲਕੁਲ ਚੱਲਣੇ ਚਾਹੀਦੇ ਨੇ ਬਲਡੋਜ਼ਰ ਇਹਨਾਂ ਗੰਦੀਆਂ ਬਸਤੀਆਂ ਉੱਤੇ ਜਿਨ੍ਹਾਂ ਵਿੱਚ ਵੱਸਦੇ ਨੇ ਇਹ ਗੰਦੇ, ਇਹ ਗਲੀਜ਼ ਲੋਕ। ਕੀ ਕਹਿਣਾ ਚਾਹੁੰਦੇ ਇਸ ਕਵਿਤਾ ਰਾਹੀਂ? ਇਹ ਕਟਾਸ਼ ਹੈ ਮੇਰਾ ਵੀ ਸਾਨੂੰ ਉਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਗੰਦੇ ਤੇ ਗਲੀਜ਼ ਸਮਝਦੇ ਹਾਂ, ਸਾਨੂੰ ਉਹਨਾਂ ਦੀ ਲੋੜ ਵੀ ਹੈ। ਸਾਡਾ ਉਹਨਾਂ ਬਿਨਾਂ ਸਰਦਾ ਨਹੀਂ। ਪਰ ਇਹ ਜਾਣ ਕਿੱਥੇ, ਇਹ ਰਹਿਣ ਕਿੱਥੇ? ਜਦੋਂ ਕਿਤੇ ਰਹਿੰਦੇ ਨੇ ਜਾਂ ਜਿੱਥੇ ਕਿਤੇ ਵੱਸਦੇ ਨੇ, ਉਹ ਸਾਨੂੰ ਆਪਣੇ ਆਪ 'ਚ ਇੱਕ ਗ੍ਰਹਿਣ ਲੱਗਦਾ ਵੀ ਅੱਛਾ ਅਸੀਂ ਹੁਣ ਸੁੰਦਰ ਲੋਕ ਹਾਂ, ਸਾਡੀਆਂ ਸਾਫ਼ ਸੁਥਰੀਆਂ ਥਾਵਾਂ ਨੇ, ਇਹ ਗੰਦੇ ਗਲੀਜ਼ ਲੋਕ ਨੇ। ਪਰ ਜਿੰਨੀਆਂ ਸਾਡੀਆਂ ਸਰਵਿਸਿਜ਼ ਨੇ ਅਸੀਂ ਦੇਖ ਰਹੇ ਹਾਂ, ਤੁਹਾਡੀ ਕੋਈ ਗੱਡੀ ਧੋ ਰਿਹਾ ਹੈ, ਕੋਈ ਵੀ ਤੁਸੀਂ ਲਾ ਲਓ, ਉਹ ਲੋਕ ਰਹਿਣਗੇ ਕਿੱਥੇ? ਕਿਰਤ ਕਰਦੇ ਕਿਰਤੀ ਜਾਊਗਾ ਕਿੱਥੇ? ਸੋ ਮੈਂ ਉਹਨਾਂ ਲਈ ਇੱਕ ਕਟਾਸ਼ਕ ਦੀ ਜਿਹੜੀ ਹੈ ਫਾਰਮ, ਉਹਦੇ 'ਚ ਮੈਂ ਕਵਿਤਾ ਲਿਖੀ ਹੈ ਜੀ। ਰਿਤੂ, ਤੁਸੀਂ ਇਹ ਦੱਸੋ ਵੀ ਤੁਸੀਂ ਲਿਖਣ ਲੱਗ ਪਏ ਛੋਟੀ ਉਮਰੇ, ਇਹ ਨਸੀਹਤ, ਇਹ ਵਸੀਅਤ, ਇਹ ਕਿੱਥੋਂ ਨਸੀਬ ਹੋਈ? ਖੂਨ 'ਚ ਹੀ ਆ ਜੀ ਸਾਡੇ। ਹਾਂਜੀ, ਪਰਦਾਦਾ ਜੀ, ਹਾਲਾਂਕਿ ਅਸੀਂ ਦੇਖਿਆ ਨਹੀਂ ਕਦੇ, ਲੇਕਿਨ ਸਾਨੂੰ ਪਰਦਾਦਾ ਜੀ ਦੇ ਵੀ ਜਿਹੜੇ ਪਾਪਾ ਸੀਗੇ, ਸਾਡੇ ਨੱਕੜ ਦਾਦਾ ਜੀ ਹੋਏ, ਸਾਨੂੰ ਉਹਨਾਂ ਦੀਆਂ ਗੱਲਾਂ ਵੀ ਪਤਾ ਹੈ। ਸਾਨੂੰ ਉਹਨਾਂ ਦੇ, ਅਸੀਂ ਇਮੈਜੀਨੇਸ਼ਨ, ਫੋਟੋ ਕਦੇ ਨਹੀਂ ਦੇਖੀ ਅਸੀਂ ਉਹਨਾਂ ਦੀ, ਲੇਕਿਨ ਸਾਡੇ ਇੱਕ ਹੁੰਦਾ ਨਾ ਕਿ ਆਪਾਂ ਗੱਲਾਂ ਦੇ ਸੁਣਦੇ ਹਾਂ, ਤੇ ਅਸੀਂ ਡੈਡੀ, ਹਾਂ ਦਾਦਾ ਜੀ ਸਾਡੇ, ਤੇ ਉਹ ਆਪਣੇ ਦਾਦਾ ਜੀ ਗੱਲਾਂ ਕਰਦੇ ਨੇ, ਉਹ ਆਪਣੇ ਡੈਡੀ ਦੀ ਗੱਲਾਂ ਕਰਦੇ ਨੇ, ਤੇ ਉਹ ਟਰੈਵਲ ਹੁੰਦੀ ਰਹਿੰਦੀ ਹੈ ਗੱਲਾਂ, ਹੈ ਨਾ। ਤੇ ਉਹ ਵਸੀਅਤ ਹੀ ਹੁੰਦੀ ਹੈ, ਕਿਉਂਕਿ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ। ਕਫਨ ਵੀ ਤੁਸੀਂ ਉਹ ਵੀ ਬਾਹਰੋਂ ਬਾਹਰ ਹੁੰਦਾ, ਲੈ ਕੇ ਉਹ ਵੀ ਨਹੀਂ ਜਾਂਦਾ। ਹਾਂਜੀ, ਨਹੀਂ ਛੋਟੀ ਤਾਂ ਨਹੀਂ ਉਮਰ ਹੈਗੀ, 26 ਸਾਲ ਦੀ ਹੋ ਗਈ। ਹਾਂਜੀ, ਤੇ ਉਹ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗੀ ਕਿ ਆਪਾਂ ਕਹਿੰਦੇ ਆ ਨਾ ਕਿ ਟਾਈਮ ਟਰੈਵਲ ਪੋਸੀਬਲ ਹੈ ਕਿ ਨਹੀਂ। ਮੈਨੂੰ ਲੱਗਦਾ ਜ਼ਰੂਰ ਪੋਸੀਬਲ ਹੈ। ਤੇ ਤੁਸੀਂ ਆਪਣੇ ਘਰ ਨੂੰ ਛੱਡ ਕੇ, ਮਤਲਬ ਘਰ ਦੇ ਅੰਦਰ ਰਹਿ ਕੇ ਵੀ ਤੁਸੀਂ ਦੁਨੀਆ ਘੁੰਮ ਸਕਦੇ ਹੋ। ਤੁਹਾਨੂੰ ਬਸ ਇੱਕ ਕਿਤਾਬ ਚੱਕਣ ਦੀ ਲੋੜ ਹੈ, ਕਿਤਾਬ ਪੜ੍ਹਨ ਦੀ ਲੋੜ ਹੈ। ਉਹਦੇ 'ਚ ਟਾਈਮ ਟਰੈਵਲ ਵੀ ਪੋਸੀਬਲ ਹੈ। ਮੈਂ ਤਾਂ ਇਸ ਹਿਸਾਬ ਨਾਲ ਅਫਰੀਕਾ ਵੀ ਦੇਖ ਲਿਆ, ਗਾਂਧੀ ਦੇ ਜ਼ਮਾਨੇ ਦਾ, ਅਮਰੀਕਾ ਵੀ ਦੇਖ ਲਿਆ, ਕਲਾਸੀਕਲ ਅਮਰੀਕਾ, ਆਪਣਾ ਰੂਸ ਵੀ ਦੇਖ ਲਿਆ, ਸਾਰਾ ਕੁਝ ਦੇਖ ਲਿਆ, ਜਸਟ ਬਿਕੋਜ਼ ਅਸੀਂ ਕਿਤਾਬ ਪੜ੍ਹਨ ਦੇ ਆਦੀ ਸੀਗੇ ਬਚਪਨ ਤੋਂ ਹੀ। ਸਾਨੂੰ ਡੈਡੀ ਨੇ ਸਾਨੂੰ ਆਪ ਦੱਸਿਆ ਕਿ ਤੁਸੀਂ ਰਿਕਮੈਂਡ ਕਰਦੇ ਸੀ, ਉਹਨਾਂ ਪਤਾ ਸੀ ਕਿ ਮੇਰੀ ਪੰਜਾਬੀ ਥੋੜੀ ਜੀ ਸਲੋ ਹੈ, ਤਾਂ ਮੈਨੂੰ ਇੰਗਲਿਸ਼ 'ਚ ਕਹਿੰਦੇ ਸੀਗੇ ਕਿ ਤੂੰ ਇਹਦਾ ਵਾਰ ਐਂਡ ਪੀਸ ਪੜ੍ਹ, ਇੰਗਲਿਸ਼ 'ਚ ਪੜ੍ਹ ਲੈ ਚਾਹੇ, ਬਟ ਪੜ੍ਹ, ਇਹਦਾ ਕੰਟੈਂਟ ਜਾਣ। ਉੱਦਾਂ ਹੀ ਰਿਸ਼ਮ, ਅਸੀਂ ਦੋਨੋਂ, ਅਸੀਂ ਇੱਦਾਂ ਹਾਲੇ ਵੀ ਕਿਤਾਬਾਂ ਅਸੀਂ ਸ਼ੇਅਰ ਕਰਦੇ ਹਾਂ ਕਿ ਰਿਸ਼ਮ ਆ ਤੇਰੀ ਮੁੱਕ ਗਈ, ਮੈਨੂੰ ਫੜਾ ਦੇ, ਚੱਲ ਮੇਰੀ ਮੁੱਕ ਗਈ ਤੂੰ ਫੜ ਲੈ। ਤੇ ਉੱਦਾਂ ਹੀ ਜਿਹੜੀ ਵਸੀਅਤ ਸਾਨੂੰ ਮਿਲੀ ਹੈ, ਤੇ ਡੈਡੀ ਦੀ ਜੇ ਹੁੰਦਾ ਨਾ ਕਿ ਥੀਮ ਸੌਂਗ ਹੁੰਦਾ, ਸਾਡਾ ਥੀਮ ਕਵਿਤਾ ਹੈ ਸਾਡੇ ਘਰ ਦੀ, ਵਸੀਅਤ। ਤੇ ਇਹ ਮੈਂ ਤੇ ਰਿਸ਼ਮ, ਡੈਡੀ ਦਾਦਾ ਜੀ ਨੇ, ਰਿਪੂ ਦਮਨ ਸਿੰਘ ਟੂਬ ਜੀ ਨੇ, ਤੇ ਇਹ ਅਸੀਂ ਦੋਨੋਂ ਅੱਧੀ ਅੱਧੀ ਪੜ੍ਹ ਕੱਢ ਕੇ ਤੁਹਾਨੂੰ ਰਿਪਰੈਜ਼ੈਂਟ, ਸਾਡੇ ਹੋਰ ਵੀ 2 ਭੈਣ ਭਰਾ ਹੈਗੇ ਨੇ, ਅਸੀਂ ਉਹਨਾਂ ਦੇ ਰਾਹੀਂ ਵੀ, ਉਹਨਾਂ ਦੇ ਬਿਹਾਫ ਤੇ ਵੀ ਰਿਪਰੈਜ਼ੈਂਟ ਕਰਾਂਗੇ। ਵਸੀਅਤ। ਮੇਰੀ ਜਾਇਦਾਦ ਮੇਰੇ ਮਗਰੋਂ, ਮੇਰੇ ਪੁੱਤਰਾਂ ਵਿੱਚ, ਮੇਰੀਆਂ ਧੀਆਂ ਵਿੱਚ, ਮੇਰੀਆਂ ਨੂੰਹਾਂ ਵਿੱਚ, ਅੱਗੋਂ ਉਹਨਾਂ ਦੇ ਪੁੱਤਰਾਂ ਧੀਆਂ ਵਿੱਚ, ਪੋਤੇ ਪੋਤਰੀਆਂ ਵਿੱਚ, ਦੋਤੇ ਦੋਤਰੀਆਂ ਵਿੱਚ ਬਰਾਬਰ ਬਰਾਬਰ ਵੰਡੀ ਜਾਵੇ, ਬਰਾਬਰ ਬਰਾਬਰ। ਕਾਣੀ ਵੰਡ ਨਾ ਹੋਵੇ, ਬਿਲਕੁਲ ਕਾਣੀ ਵੰਡ ਨਾ ਹੋਵੇ। ਮੇਰੀ ਜਾਇਦਾਦ ਮੜਕ ਨਾਲ ਤੁਰਨਾ, ਹਿੱਕ ਤਾਣ ਕੇ ਚੱਲਣਾ, ਸੰਘਰਸ਼ ਕਰਨਾ, ਹੱਕਾਂ ਲਈ ਸੰਘਰਸ਼। ਮੇਰੀ ਜਾਇਦਾਦ ਨੇਕ ਕਮਾਈ ਕਰਨਾ, ਦੱਬੇ ਕੁਚਲਿਆਂ ਨਾਲ ਖੜਨਾ, ਲੋਟੂਆਂ ਦੇ ਨਾਲ ਲੜਨਾ। ਮੇਰੀ ਜਾਇਦਾਦ ਸਿਹਤਮੰਦ ਵਿਚਾਰਧਾਰਾ, ਉਲਾਰ ਨਾ ਹੋਣਾ, ਇੱਕ ਪਾਸੜ ਨਾ ਹੋਣਾ, ਨਿਰਪੱਖ ਹੋਣਾ, ਲੱਗ ਲਪੇਟ ਨਾ ਕਰਨਾ, ਸ਼ਬਦਾਂ ਦਾ ਜਾਲ ਨਾ ਬੁਣਨਾ, ਗੱਲਾਂ ਗੋਲ ਨਾ ਕਰਨਾ। ਹਾਂਜੀ ਰਾਗ। ਹਾਂਜੀ, ਮੇਰੀ ਜਾਇਦਾਦ ਸਿੱਧਾ ਸਪਾਟ ਹੋਣਾ, ਆਪਣੇ ਰਸਤੇ ਤੁਰਨਾ, ਖੱਬਾ ਸੱਜਾ ਦੇਖ ਕੇ ਚੱਲਣਾ, ਮਿੱਤਰ ਦੀ ਪਰਖ ਕਰਨਾ, ਦੁਸ਼ਮਣ ਦੀ ਪਹਿਚਾਣ ਕਰਨਾ। ਮੇਰੀ ਜਾਇਦਾਦ ਸ਼ੇਰ ਵਾਂਗ ਗਰਜਣਾ, ਰਾਖਸ਼ਾਂ ਨੂੰ ਕੰਬਣ ਲਾਉਣਾ, ਦੈਤਾਂ ਦੇ ਦਿਲ ਦਹਿਲਾਉਣਾ। ਮੇਰੀ ਜਾਇਦਾਦ ਮੇਰੇ ਮਗਰੋਂ, ਮੇਰੇ ਪੁੱਤਾਂ ਵਿੱਚ, ਮੇਰੀਆਂ ਧੀਆਂ ਵਿੱਚ, ਮੇਰੀਆਂ ਨੂੰਹਾਂ ਵਿੱਚ, ਅੱਗੋਂ ਉਹਨਾਂ ਦੇ ਪੁੱਤਰਾਂ ਧੀਆਂ ਵਿੱਚ, ਪੋਤੇ ਪੋਤਰੀਆਂ ਵਿੱਚ,
ਦੋ ਤੇ ਦੋਤਰੀਆਂ ਵਿੱਚ ਬਰਾਬਰ ਬਰਾਬਰ ਵੰਡੀ ਜਾਵੇ, ਬਰਾਬਰ ਬਰਾਬਰ, ਕਾਣੀ ਵੰਡ ਨਾ ਹੋਵੇ, ਬਿਲਕੁਲ ਕਾਣੀ ਵੰਡ ਨਾ ਹੋਵੇ। ਸੋ ਤੁਸੀਂ ਰੂਪ ਸਾਹਿਬ ਦੀ ਇਹ ਵਸੀਅਤ ਸੁਣੀ। ਲੱਗਦਾ ਇਹ ਹੈ ਵੀ ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਅਮੀਰ ਬੰਦਾ ਜਿਹੜਾ ਹੈ ਉਹ ਇਦਾਂ ਦੀ ਵਸੀਅਤ ਆਪਣੀ ਨਵੀਂ ਪੀੜ੍ਹੀ ਨੂੰ ਨਹੀਂ ਦੇ ਸਕਦਾ। ਰੂਪ ਸਾਹਿਬ, ਇਹ ਵੀ ਪਤਾ ਲੱਗਾ ਵੀ ਤੁਸੀਂ, ਤੁਹਾਡੇ ਪੁੱਤਰ ਤੇ ਅੱਗੇ ਪੋਤਰੇ ਤੇ ਪੋਤਰੀਆਂ ਜਿਹੜੀਆਂ ਨੇ ਇਕੱਠੇ ਬਹਿ ਕੇ ਪਰਿਵਾਰ ਸੰਵਾਦ ਰਚਾਉਂਦਾ ਵੱਖ-ਵੱਖ ਮੁੱਦਿਆਂ ਤੇ। ਹਾਂ ਬਿਲਕੁਲ, ਅਸੀਂ ਲਗਭਗ ਅਸੀਂ ਰੋਜ਼ੇ ਬੈਠਦੇ, ਡੇਲੀ ਤਕਰੀਬਨ ਡੇਲੀ ਬਣ ਜਾਂਦਾ। ਸਿੱਤੇ ਵਰ ਤਾਂ ਅਸੀਂ ਬੈਠੇ ਹੀ ਬੈਠੇ, ਜਿਵੇਂ ਅੱਜ ਸਿੱਤੇ ਦਾ ਵਾਰ ਹੈ, ਅੱਜ ਸਾਰੇ ਅਸੀਂ ਬੈਠਾਂਗੇ। ਇਹ ਸਾਡਾ ਹਫ਼ਤੇ ਬਾਅਦ ਦਾ ਜ਼ਰੂਰੀ ਪ੍ਰੋਗਰਾਮ ਹੈ। ਪਲੈਨਿੰਗ ਸਾਰੇ ਬਾਕੀ ਕੰਮਾਂ ਦੀ ਵੀ ਬਣਾ ਲਈਦੀ ਹੈ। ਪ੍ਰੋਗਰਾਮ ਦਾ ਕੀ ਮਤਲਬ? ਅਸੀਂ ਜਿਹੜੇ ਬਾਕੀ ਹਫ਼ਤੇ ਦੇ ਜਿਹੜੇ ਕੋਈ ਆਹ ਕੰਮ ਕਰਨੇ ਨੇ, ਉਹ ਕੰਮ ਕਰਨੇ ਨੇ, ਸਾਡੇ ਕੰਮ ਵੰਡੇ ਹੋਏ ਵੀ ਨੇ। ਸਾਡੇ ਘਰ 'ਚ ਕੋਈ 100 ਫਾਈਲ ਵੀ ਹੈ, ਫਾਈਲਾਂ ਬਣੀਆਂ ਹੋਈਆਂ ਹਰ ਕੰਮ ਦੀਆਂ, ਉਹਨਾਂ ਨੂੰ ਅਸੀਂ ਸੰਭਾਲਿਆ ਹੋਇਆ। ਵੀ ਮਕਾਨ ਦਾ ਕੰਮ, ਕੋਈ ਨਕਸ਼ਾ ਬਣਾਉਣੇ ਕਿਸੇ ਨੇ, ਕੋਈ ਹੋਰ ਕੋਈ ਨਾ ਬਿੱਲ ਦਾ ਬਿੱਲ ਭਰਨਾ, ਕਿਹਦੇ ਕੀ ਕਰਨਾ ਹੈ, ਇਹ ਜਿਹੜੀ ਸਾਰਾ ਉਹਨਾਂ ਦੀ ਡਿਊਟੀਆਂ ਲੱਗੀਆਂ ਹੋਈਆਂ, ਉਹ ਵੀ ਅਸੀਂ ਕਰਦੇ ਹਾਂ। ਅਤੇ ਬਾਕੀ ਜਦੋਂ ਅਸੀਂ ਕੋਈ ਕਵਿਤਾ ਕਹਾਣੀ ਕੋਈ ਲਿਖਦਾ ਹੈ, ਉੱਥੇ ਪੜ੍ਹਦਾ ਹੈ, ਉਹ ਜਦ ਪੜ੍ਹਦੇ ਸਾਰਾ ਪਰਿਵਾਰ ਉੱਤੇ ਅੰਗੂਠਾ ਲਾਉਂਦਾ, ਅਪਰੂਵਲ ਦਿੰਦਾ। ਜਦੋਂ ਉੱਥੇ ਪੜ੍ਹਦਾ ਹੈ, ਉਹਦੇ ਫਿਰ ਕਿੰਤੂ ਪਰੰਤੂ ਬਹੁਤ ਹੁੰਦਾ ਹੈ। ਅੱਛਾ ਜੀ। ਬਹੁਤ ਕਿੰਤੂ ਫਿਰ ਉੱਥੇ ਹੁੰਦਾ, ਆਹ ਨਹੀਂ ਹੁੰਦਾ, ਆਹ ਠੀਕ ਨਹੀਂ ਹੈਗਾ, ਡੈਡੀ ਤੁਹਾਡੀ ਆਹ ਗੱਲ ਗਲਤ ਹੈ, ਇਹਨੂੰ ਮੈਂ ਕਰੂੰਗਾ ਠੀਕ, ਮੈਨੂੰ ਦਿਓ, ਮੈਂ ਇਹਨੂੰ ਅੱਡ ਕਰੂੰਗਾ। ਕਰਦੇ ਵੀ ਨੇ, ਮੇਰੀਆਂ ਚੀਜ਼ਾਂ ਲਿਖੀਆਂ ਹੋਈਆਂ ਇਹ ਅੱਡ ਕਰਦੇ ਨੇ, ਇਹਦੇ 'ਤੇ ਲਿਖੀਆਂ ਹੋਈਆਂ ਮੈਂ ਅੱਡ ਕਰਦਾ। ਤੁਹਾਡੀਆਂ ਲਿਖਤਾਂ ਤੇ ਵੀ ਸਵਾਲ ਉਠਾਉਂਦੇ ਨੇ। ਜੇ ਮੈਂ ਲਿਖਦਾ ਇਹ ਠੀਕ ਨਹੀਂ, ਆਹ ਦਰ ਤੁਹਾਡੇ ਨਾਲ ਆਹ ਲਾਈਨ ਇੱਥੇ ਚਾਹੀਦੀ ਹੈ, ਕਵਿਤਾ ਦੀ ਆਹ ਲਾਈਨ ਉਹ ਇਕੱਠੀ ਹੋਣੀ ਚਾਹੀਦੀ ਹੈ, ਔਰ ਠੀਕ ਹੁੰਦੀ ਹੈ ਗੱਲ। ਉਹ ਸਾਰਾ ਅਸੀਂ ਇੱਕ ਦੂਜੇ ਦੀ ਗੱਲ, ਇਹ ਨਹੀਂ ਵੀ ਮੈਂ ਹੀ ਬਹੁਤ ਬੜਾ ਵਿਦਵਾਨ ਹੈ, ਮੈਨੂੰ ਸਾਰਾ ਕੁਝ ਇਹ ਪਤਾ ਹੈ। ਮੀਟਿੰਗ 'ਚ ਸਭ ਬਰਾਬਰ। ਨਿਆਣਿਆਂ ਵਿੱਚ ਕਈ ਵਾਰੀ ਮੇਰੇ ਤੋਂ ਵੱਧ ਸਿਆਣੇ ਨੇ ਇਹ। ਉਹ ਕਿਵੇਂ ਨੇ? ਇਹਨਾਂ ਕੋਲ ਹੈਗਾ ਕਿ ਨਾ ਉਹ ਆਪਣੇ ਉਹ ਇੰਟਰਨੈਟ, ਇਹਨਾਂ ਕੋਲ ਹੈਗਾ ਉਹ ਜਿਹੜਾ ਗੂਗਲ ਹੈ, ਇਹ ਉੱਥੋਂ ਲੱਭ ਇਹ ਪੜ੍ਹ ਕੇ ਮੈਂ ਕੋਈ ਗੱਲ ਦੱਸਦਾ ਮੇਰੇ ਤੋਂ ਵੀ ਪਹਿਲਾਂ ਦੱਸ ਦਿੰਦੇ ਨੇ। ਤੁਹਾਨੂੰ ਵੀ ਨਵੀਂ ਪੀੜ੍ਹੀ ਜਿਹੜੀ ਲਾਜਵਾਬ ਕਰ ਦਿੰਦੀ। ਮੈਨੂੰ ਲਾਜਵਾਬ ਜਿਹੜੀ ਇੱਕ ਮੈਂ ਪਿੱਛੇ ਕਰਦਾ ਰਿਹਾ ਅੰਗੂਠਾ, ਉਹਦੇ 'ਚ ਮੈਂ ਇੰਟਰਨੈਟ, ਉਹਦੇ ਕਈ ਗੱਲਾਂ ਵਰਤੀਆਂ। ਉਹ ਕੱਲ੍ਹ ਉੱਥੇ ਗੱਲ ਕੀਤੀ ਵੀ ਰੂਪ ਜੀ ਨੂੰ ਪਤਾ ਕਿਵੇਂ ਲੱਗਿਆ ਇੰਨੀਆਂ ਗੱਲਾਂ ਦਾ, ਇਸ ਨੂੰ ਪਤਾ ਹੈ? ਇਹ ਤਾਂ ਇੰਨੀ ਵੱਡੀ ਉਮਰ ਦੇ ਹੋ ਗਏ, ਇਹਨਾਂ ਨੂੰ ਤਾਂ ਹੈ ਹੀ ਨਹੀਂ। ਮੈਂ ਕਿਹਾ ਇਹ ਦੋਨਾਂ ਦੱਸਿਆ ਵੀ ਫਿਰ ਇਹਨਾਂ ਦੇ ਪਰਿਵਾਰ ਦੱਸਦਾ, ਜਾਂ ਬਹਿ ਕੇ ਕਰਦੇ ਨੇ ਨਾ, ਉੱਥੇ ਵੀ ਪਰਿਵਾਰ ਦੱਸਦਾ ਵੀ ਇੱਥੇ ਆਹ ਕਰਨਾ, ਇੱਥੇ ਆਹ ਲਿਖਣਾ, ਇੱਥੇ ਆਹ ਲਿਖਣਾ। ਮੈਨੂੰ ਲਿਖਣ ਵਿੱਚ ਮੇਰੀ ਮਦਦ ਕਰਦੇ ਨੇ, ਬਲਕਿ ਮੇਰਾ ਲੜਕਾ ਸੰਜੀਵਨ ਵੀ, ਰਣਜੀਵਨ ਵੀ, ਇਹ ਵੀ, ਮੇਰੀ ਪਤਨੀ ਵੀ ਕਦੇ ਕਈ ਵਾਰ ਮੈਨੂੰ ਪਤਾ ਨਹੀਂ ਹੁੰਦਾ, ਮੈਂ ਵੀ ਪੁੱਛਦਾ, ਮੈਂ ਫਿਰ ਆਪਣੀ ਪਤਨੀ ਨੂੰ ਪੁੱਛਦਾ। ਕਈ ਵਾਰ ਮੈਂ ਡਾਕਟਰ ਸਿਲਸਿਲਾ ਫੋਨ ਕਰ ਲੈਂਦਾ, ਕਦੇ ਮੈਂ ਕਿਸੇ ਹੋਰ ਨਾਲ ਗੱਲ ਕਰਦਾ। ਮੈਂ ਹੁਣ ਪਿੱਛੇ ਇੱਕ ਹੁਣ ਨਾਵਲ ਲਿਖ ਰਿਹਾ ਹੈ, ਉਹਦਾ ਤੀਲਾ, ਮੈਂ ਇਹਦੇ ਸਪੈਲਿੰਗ ਦੱਸੋ ਵੀ ਤੀਲਾ ਦੇ ਸਪੈਲਿੰਗ ਕਿਆ ਹੋਏ? ਇਹ ਤਾਂ ਹੈਗਾ ਵੀ ਤੀਲਾ ਹੋ ਗਿਆ ਤੱਤਾ ਆਪਣੇ ਬਿਹਾਰੀ ਲੱਲਾ ਕਰਨਾ। ਫਿਰ ਮੈਂ ਵੀ ਸਾਡੇ ਕੋਲ ਹੁਣ ਮਹਾਨ ਕੋਸ਼ ਪਿਆ, ਸਾਡੇ ਕੋਲ ਮਹਾਨ ਕੋਸ਼ ਦੇ 3 ਕਾਪੀਆਂ ਪਈਆਂ ਘਰ 'ਚ, ਉਹ ਅਸੀਂ ਹਰ ਫਲੋਰ 'ਤੇ ਪਿਆ, ਉਹਨੂੰ ਫਿਰ ਦੇਖਦੇ ਹਾਂ ਮਹਾਨ ਕੋਸ਼ ਨੂੰ ਪੜ੍ਹਨਾ, ਉਹ 'ਚੋਂ ਫਿਰ ਲੱਭਦੇ ਅਸੀਂ। ਉਹਦੇ ਵਿੱਚ ਮੈਂ ਦੇਖਿਆ ਮੈਨੂੰ ਲੱਲੇ ਦੇ ਹੇਠਾਂ ਬਿੰਦੀ ਪਈ ਹੋਈ, ਮੇਰੀ ਤਸੱਲੀ ਨਹੀਂ ਹੋਈ। ਮੈਂ ਕਿਹਾ ਇਹ ਗੱਲ ਕੋਈ ਹੈ ਗੱਲ। ਫਿਰ ਮੈਂ ਡਾਕਟਰ ਸਿਰਸੇ ਨੂੰ ਫੋਨ ਕੀਤਾ, ਉਹਨੇ ਕਿਹਾ ਇਹ 'ਚ ਹਾਹਾ ਪਊਗਾ। ਹਾਂ, ਤੀਲੇ ਦੇ ਵਿੱਚ ਕਹਿੰਦਾ ਲੱਲੇ ਦੇ ਹੇਠਾਂ ਹਾਹਾ ਪਊਗਾ। ਫਿਰ ਮੈਂ ਆਪਣੇ ਨਾਲ ਇੱਕ ਸ਼ਬਦ ਲਈ ਇੰਨਾ ਤਰੱਦਦ ਕਰਦੇ ਜੇ ਤੁਸੀਂ? ਹਾਂ, ਮੈਂ ਵੀ ਕਰਦਾ ਸੀ, ਮੇਰੇ ਬਰਦਰ ਸੰਤੋਖ ਧੀਰ ਵੀ ਕਰਦੇ ਸੀ। ਕਿਸੇ ਦੀ ਗੱਲ ਫਰਜ਼ ਦਾ ਉਹਨਾਂ ਦੇ ਹੁਣ ਤਾਂ ਹੈ ਨਾ ਫੋਨ ਹੋ ਗਏ, ਸਭ ਕੁਛ ਹੋ ਗਿਆ, ਅਤੇ ਅਸੀਂ ਪਿੰਡ ਰਹਿੰਦੇ ਹੁੰਦੇ ਸੀ। ਬਾਪੂ ਜੀ ਰਹਿੰਦੇ ਹੁੰਦੇ ਸਰਹੰਦ, ਮੇਰੇ ਗਿਆਨੀ ਸਰਹੰਦ। ਵੀਰ ਨੂੰ ਕਿਸੇ ਗੱਲ ਦਾ ਪਤਾ ਨਾ ਲੱਗਣਾ ਹੋਵੇ, ਫਿਰ ਅਸੀਂ ਬਾਪੂ ਜੀ ਕੋਲ ਸਰਹੰਦ ਸਾਈਕਲ 'ਤੇ ਆਉਂਦੇ 2 ਜਣੇ, ਫਿਰ ਬਾਪੂ ਜੀ ਨੂੰ ਪਤਾ ਕਰ ਦੱਸਦੇ ਸੀ, ਬਾਪੂ ਜੀ ਆਹ ਕਰਦਾ ਸੀ ਸਿੱਖਾਂ ਦੇ ਵਿੱਚੋਂ, ਸਿੱਖੇ ਦੇ ਵਿੱਚ ਕਿਹੜੀ ਗੱਲ ਕਿਵੇਂ ਹੈ। ਕਈ ਗੱਲ ਸਾਨੂੰ ਕਾਮਰੇਡਾਂ ਬਾਰੇ ਪਤਾ ਕਰਨਾ ਸੀ, ਮਾਰਕਸ ਬਾਰੇ। ਫਿਰ ਅਸੀਂ ਖੰਨੇ ਚਲੇ ਜਾਂਦੇ ਸੀ ਭੀਸ਼ਮ ਪ੍ਰਕਾਸ਼ ਕੋਲ। ਵੀਰ ਪ੍ਰਕਾਸ਼ ਬਹੁਤ ਬੜਾ ਲੜ ਬੰਦਾ ਸੀ, ਕਿ ਨਾ ਆਪਣੇ ਕਮਿਊਨਿਸਟ ਪਾਰਟੀ 'ਚ, ਉਹਦੇ ਕੋਲ ਜਾਣਾ ਸਾਈਕਲ 'ਤੇ, ਫਿਰ ਉਹਦੇ ਕੋਲ ਪਤਾ ਕਰਨਾ। ਯਾਨੀ ਵੀਰ ਹਮੇਸ਼ਾ ਹੁਣ ਫਿਰ ਬਾਅਦ 'ਚ ਫੋਨ ਕਰਦਾ ਰਿਹਾ, ਜਦੋਂ ਮੇਰੇ ਸਾਹਮਣੇ ਵੀ ਆਹ ਗੱਲ ਪਤਾ ਕਰੀ। ਤੁਸੀਂ ਇੱਕ ਤੇ ਸਮਾਜ ਤੁਹਾਡਾ ਹੁੰਦਾ ਵੀ ਜਿਹੜਾ ਕੋਈ ਲੇਖ ਨਹੀਂ ਲਿਖਦਾ ਉਹਦੇ ਤੇ, ਇਸ ਤੋਂ ਇਲਾਵਾ ਹੋਰ ਕੀ ਏਜੰਡਾ ਹੁੰਦਾ? ਕੋਈ ਇਹ ਵੀ ਹੁੰਦਾ ਵੀ ਕਰੰਟ ਮੁੱਦਾ ਕੋਈ ਆ ਗਿਆ? ਉਹ ਤਾਂ ਬਹੁਤ ਲਾਜ਼ਮੀ ਹੈ ਜੀ, ਉਹ ਤੋਂ ਬਿਨਾਂ ਸਾਡਾ ਕੰਮ ਸਰਦਾ ਹੀ ਨਹੀਂ ਹੈ। ਅੱਜ ਅਸੀਂ ਦੇਖਣਾ ਵੀ ਅੱਜ ਕੀ ਹੋ ਗਿਆ, ਅੱਜ ਬਿਹਾਰ 'ਚ ਕੀ ਹੋ ਰਿਹਾ ਹੈ। ਬਿਹਾਰ 'ਚ ਜਿਹੜੀ ਹੈਗੀ ਕਿ ਉਹ ਤਪਸਵੀ
ਤੇ ਜਿਹੜਾ ਹੈਗਾ ਨਤੀਸ਼ ਆਪੋ ਵਿੱਚ ਇਕੱਠੇ ਕਿਉਂ ਹੋਏ ਇਹਦਾ ਕੀ ਅਸਰ ਪਾਊਗਾ? ਇਹ ਪੰਜਾਬ ਦੀ ਸਿਆਸਤ ਪਰ, ਹਿੰਦੁਸਤਾਨ ਦੀ ਸਿਆਸਤ ਪਰ ਕੀ ਅਸਰ ਪੈਣਾ? ਅਸੀਂ ਇਕੱਲੇ ਹਿੰਦੁਸਤਾਨ ਦੀ ਸਿਆਸਤ ਦੀ ਗੱਲ ਨਹੀਂ ਕਰਦੇ, ਅਸੀਂ ਇੰਟਰਨੈਸ਼ਨਲ ਸਿਆਸਤ ਵਿੱਚ ਕੀ ਹੋ ਰਿਹਾ ਹੈ। ਜਿਹੜੀ ਜੰਗ ਰੂਸ ਦੇ ਕਿਤੇ ਆਪਣੇ ਲੱਗੀ ਹੋਈ ਹੈ ਯੂਕਰਾਈਨ ਲੱਗੀ ਹੋਈ ਹੈ, ਉਹਦਾ ਕੀ ਮਤਲਬ, ਕਿਉਂ ਲੱਗੀ? ਉਹਦੇ ਪਿੱਛੇ ਅਮਰੀਕਾ ਦਾ ਜਿਹੜੇ ਕੀ ਹੱਥ ਕੰਡੇ ਨੇ। ਉਹ ਹੁਣ ਜਿਹੜਾ ਹੈ ਕਿ ਆਪਣੇ ਤਾਇਵਾਨ ਵਿੱਚ ਕੀ ਕਰ ਰਿਹਾ ਇਸ ਵੇਲੇ, ਉਹ ਕਿਉਂ ਉੱਥੇ ਆਈ? ਉਹਦੀ ਜਿਹੜੀ ਉਹਨੇ ਭੇਜੀ ਆਪਣੇ ਕਿਨੇ ਲੀਡਰ ਭੇਜੀ ਹੈ, ਉਹ ਤਾਂ ਭੇਜਿਆ ਵੀ ਮੈਂ ਇੱਥੇ ਕੋਈ ਇਹਨਾਂ ਦੀ ਹੋ ਜਾਵੇ, ਮੇਰਾ ਨਾ ਆਮਦਨ ਹੋਵੇ, ਫਿਰ ਮੇਰੀ ਕਿਹਦਾ ਫੌਜਾਂ ਆਪਣੇ ਜੰਗ ਦੀ। ਉਹ ਜੰਗਾਂ ਲਾਉਣ ਵਿੱਚ ਕਿਹਦਾ ਮਾਹਰ ਹੈ, ਕਿਹਦਾ ਅਮਰੀਕਾ, ਕਿਤੇ ਅੱਗੇ ਉਹਨੇ ਗੱਲ ਛੇੜ ਲੈਣੀ ਹੈ ਕਦੇ ਕਿਸੇ ਦੀ। ਇਹ ਸਾਰਾ ਇੰਟਰਨੈਸ਼ਨਲ ਵੀ ਅਸੀਂ ਗੱਲ ਕਰਦੇ ਹਾਂ। ਸਾਡੇ ਪਰਿਵਾਰ ਵਿੱਚ ਜੇ ਲੇਖਕ ਜਿਹੜਾ ਰਾਈਟਰ ਹੈ ਉਸ ਨੂੰ ਹਰ ਤਰ੍ਹਾਂ ਦੀ ਗੱਲ ਦਾ ਪਤਾ ਹੋਵੇ। ਹੁਣ ਸਾਡੇ ਘਰ 'ਚ ਵਕੀਲ ਹੈ, ਅਸੀਂ ਸਾਡੇ ਘਰ 'ਚ 5 ਵਕੀਲ ਨੇ, ਵਕੀਲ ਨੂੰ ਵੀ ਹਰ ਗੱਲ ਦਾ ਪਤਾ ਹੋਵੇ, ਰਾਈਟਰ ਨੂੰ ਵੀ ਹਰ ਗੱਲ ਦਾ ਪਤਾ ਹੋਵੇ, ਸੰਸਾਰ ਦੀ ਸਿਆਸਤ ਬਾਰੇ ਵੀ, ਸਿਆਸਤ ਦੀ ਆਪਣੇ ਕਿਤੇ ਪੋਲੀਟਿਕਸ ਬਾਰੇ ਵੀ, ਸਮਾਜਿਕ ਹਾਲਤਾਂ ਬਾਰੇ ਵੀ। ਉਹ ਕਾਰਪੋਰੇਟ ਸੈਕਟਰ ਇਸ ਵੇਲੇ ਕੀ ਹੱਥ ਕੰਡੇ ਵਰਤ ਰਿਹਾ ਹੈ। ਆ ਜਿਹੜੀ ਬਿਮਾਰੀ ਆਈ ਆ ਕੋਵਿਡ, ਇਹਦੇ ਵਿੱਚ ਸਮਾਜ ਦਾ ਕੀ ਰੋਲ ਹੈ, ਕੀ ਹੱਥ ਹੈ, ਇਹ ਕਿਵੇਂ ਪੈਸੇ ਕਮਾਉਂਦੀ ਇਹਦੇ ਵਿੱਚੋਂ, ਇਹ ਸਾਰਾ ਅਸੀਂ ਇਹਦੀ ਨਿਰਖ ਪਰ ਕਰਦੇ ਹਾਂ। ਅਸੀਂ ਕੋਈ ਅੰਧ ਵਿਸ਼ਵਾਸ ਕਰਕੇ ਨਹੀਂ ਵੀ ਟੀਕਾ ਲਵਾ ਲਿਆ ਜੀ ਠੀਕ ਹੋ ਗਿਆ ਜੀ। ਟੀਕੇ ਲਾਉਣ ਦਾ ਮਤਲਬ ਕੀ ਹੈ, ਕਿਉਂ ਲਾਉਂਦੇ ਨੇ ਇਹ ਕੀ ਕਰਦੇ ਨੇ? ਜੇ ਸਾਡੇ ਮਾਸਕ ਲਾਉਣਾ ਕਿਉਂ ਲਾਉਣਾ ਹੈ? ਮਤਲਬ ਕੋਈ ਮੁੱਦਾ ਛੱਡਦੇ ਨਹੀਂ ਛੱਡਦੇ ਨਹੀਂ ਅਸੀਂ ਬਾਲ ਦੀ ਖੱਲ ਲਾਉਣੇ ਹੈ ਹਰ ਵਾਲ ਦੀ ਖੱਲ ਲਾਉਂਦੇ ਆ। ਸੰਜੀਵ ਜੀ, ਜਦੋਂ ਵਾਲ ਦੀ ਖੱਲ ਲਾਉਂਦੇ ਜੇ ਕਿਸੇ ਵੀ ਮੁੱਦੇ ਤੇ ਫਿਰ ਜਦੋਂ ਖੱਲ ਲਾਉਂਦੇ ਜੇ ਤੇ ਆਪਸ 'ਚ ਤੁਸੀਂ ਪਿਤਾ ਭਰਾ ਧੀ ਕਿਵੇਂ ਖੇਪੜਦੇ ਜੇ? ਸਾਡੀ ਤਲੋਚਨ ਜੀ, ਮੈਂ ਕਈ ਵਾਰ ਕਹਿਣਾ ਹੁੰਦਾ ਸਾਡੀ ਮਿੰਨੀ ਸਹਿਸਵ ਹੈ। ਓਕੇ। ਵੀ ਜਦੋਂ ਕਿਸੇ ਨੇ ਵੀ ਕੋਈ ਚੀਜ਼ ਲਿਖੀ ਹੈ, ਚਾਹੇ ਡੈਡੀ ਨੇ ਕਵਿਤਾ ਲਿਖੀ ਹੈ, ਕਹਾਣੀ ਲਿਖੀ ਹੈ, ਰਣਜੀਵ ਨੇ ਕੁਛ ਲਿਖਿਆ, ਰਿਤੂ ਨੇ, ਰਿਸ਼ਮ ਨੇ ਜਾਂ ਮੈਂ, ਫਿਰ ਅਸੀਂ ਰਿਸ਼ਤੇ ਨਾਤੇ ਸਭ ਭੁੱਲ ਜਾਂਦੇ ਹਾਂ ਵੀ ਕੌਣ ਕਿਹਦਾ ਕੀ ਲੱਗਦਾ। ਅੱਛਾ। ਫਿਰ ਅਸੀਂ ਆਪਣਾ ਗੰਡਾਸੇ ਤਿੱਖੇ ਕਰ ਲਈ ਦੇਣੇ ਕੀ ਬਾਤ ਹੈ ਵੀ ਇਹ ਤੇਰਾ ਠੀਕ ਨਹੀਂ ਹੈ, ਇਹ ਤੇਰਾ ਇਹ ਠੀਕ ਹੈ, ਪਲੱਸ ਨਹੀਂ ਹੈ, ਮਾਈਨਸ ਜੋ ਵੀ ਹੈ। ਫਿਰ ਅਸੀਂ ਹਰ ਬੰਦਾ ਆਲੋਚਕ ਹੁੰਦਾ ਹੈ। ਆਲੋਚਕ ਪਰਿਵਾਰਕ ਤੌਰ ਤੇ ਨਹੀਂ ਕਿਤੇ ਵੀ ਕੁੜੱਤਣ ਆਉਂਦੀ ਤੇ ਕਿਤੇ ਵਿੱਥ ਪੈਂਦੀ? ਨਹੀਂ ਆਉਂਦੀ। ਜਿਹੜੇ ਮੈਨੂੰ ਲੱਗਦਾ ਜਿਹੜਾ ਸਿਆਣਾ ਆਪਣੇ ਪਰਿਵਾਰ ਹੈ, ਈਵਨ ਸਿਆਣਾ ਮਿੱਤਰ ਵੀ ਹੈ ਜਿਹੜਾ, ਜੇ ਕੋਈ ਮਿੱਤਰ ਵੀ ਆਪਣੀ ਇਹੋ ਜਿਹੀ ਗੱਲ ਕਰਦਾ, ਨਹੀਂ ਕੁੜੱਤਣ ਨਹੀਂ ਆਉਣੀ ਚਾਹੀਦੀ। ਇਹ ਤਾਂ ਬਲਕਿ ਕਿਸੇ ਵੀ ਚੀਜ਼ ਦੇ ਬੈਟਰਮੈਂਟ ਲਈ ਆਪਾਂ ਕਰ ਰਹੇ ਹਾਂ। ਜਿਵੇਂ ਕੋਈ ਇਮਾਰਤ ਬਣਦੀ ਹੈ, ਕੋਈ ਬੰਦਾ ਗੁਆਂਢੀ ਆ ਕੇ ਜਾਂ ਕੋਈ ਹੋਰ ਆ ਕੇ ਕਰਦਾ, ਇਹਨੂੰ ਐਂ ਕਰੋ, ਜੇ ਕਹੋ ਜੀ ਮੈਂ ਤਾਂ ਯਾਰ ਇੰਨੇ ਪੈਸੇ ਲੱਗੇ ਤੂੰ ਨੁਕਸ ਕੱਢੀ ਜਾਂਦਾ। ਇਹ ਥੋੜ੍ਹਾ ਜਿਹਾ ਮਤਲਬ ਹਰ ਚੀਜ਼ ਦੀ ਬੈਟਰਮੈਂਟ ਲਈ ਜਿਹੜੀ ਆਪਣਾ ਸੁਧਾਰ ਬਹੁਤ ਲਾਜ਼ਮੀ ਹੈ ਕਰਦਾ। ਅੰਦਿਆਂ ਦੇ ਇਹ ਪਤਾ ਲੱਗਾ ਵੀ ਜਦੋਂ ਕੋਈ ਤੁਸੀਂ ਨਾਟਕ ਖੇਡਦੇ ਜੇ ਜਾਂ ਹੋਰ ਕੋਈ ਇਦਾਂ ਦਾ ਫੰਕਸ਼ਨ ਹੁੰਦਾ ਤੇ ਫਿਰ ਤੁਹਾਡਾ ਸਾਰਾ ਪਰਿਵਾਰ ਹੀ ਬੜਾ ਸਮਰੱਥ ਹੈ, ਡਿਊਟੀਆਂ ਵੰਡ ਦਿੰਦੇ। ਬਿਲਕੁਲ ਇਸ ਤਰ੍ਹਾਂ ਅਸੀਂ ਬਿਲਕੁਲ ਜੀ, ਸਾਡਾ ਜਿਵੇਂ ਅਸੀਂ ਪਰਿਵਾਰ ਦੇ ਤੌਰ ਤੇ ਇਕੱਠੇ ਹਾਂ, ਜਦੋਂ ਵੀ ਸਾਡਾ ਕੋਈ ਏਜੰਡਾ ਹੋ ਜਾਂਦਾ, ਏਜੰਡੇ ਸਾਡੇ ਜਿਵੇਂ ਕੋਈ ਬੁੱਕ ਰਿਲੀਜ਼ ਕਰਨੀ ਹੈ, ਕੋਈ ਨਾਟਕ ਕਰਨਾ, ਉਹ ਸਾਨੂੰ ਫਿਰ ਉਹਦੀਆਂ ਤਿਆਰੀਆਂ 'ਚ ਇੱਕ ਮਹੀਨਾ ਵੀ ਲੱਗ ਜਾਂਦਾ ਸਾਨੂੰ। ਅਤੇ ਉਹ ਬਿਲਕੁਲ ਅਸੀਂ ਟੀਮ ਵਰਕ ਵਾਂਗੂ ਕੰਮ ਕਰਦੇ ਹਾਂ। ਉਹਦੇ ਵਿੱਚ ਹਰ ਬੱਚੇ ਦੀ ਡਿਊਟੀ ਹੁੰਦੀ ਹੈ ਵੀ ਤੂੰ ਮੰਨ ਲਓ ਮੀਡੀਆ ਨੂੰ ਤੂੰ ਸੰਭਾਲਣਾ ਹੈ, ਖਾਣ ਪੀਣ ਦੀ ਤੇਰੀ ਡਿਊਟੀ ਹੈ, ਗੈਸਟ ਨੂੰ ਤੂੰ ਅਟੈਂਡ ਕਰਨਾ, ਅਤੇ ਡੈਡੀ ਉੱਪਰ ਸਟੇਜ ਨੇ 2 ਬੰਦੇ ਇਹਨਾਂ ਨੂੰ ਅਟੈਂਡ ਕਰਨਗੇ, ਉਹਨਾਂ ਦੀ ਵੀਲ ਚੇਅਰ ਫੜਨਗੇ, ਉਹਨਾਂ ਦਾ ਧਿਆਨ ਰੱਖਣਾ। ਅਤੇ ਇਸ ਤਰ੍ਹਾਂ ਅਸੀਂ ਸਾਰੀ ਚੀਜ਼ ਨੂੰ ਜਿਹੜਾ ਵੰਡ ਕੇ ਅਸੀਂ ਉੱਥੇ ਫਿਰ ਕੰਮ ਕਰਦੇ ਹਾਂ। ਜਿਹੜੀ ਸੰਵਾਦ ਦੀ ਗੱਲ ਚੱਲ ਰਹੀ ਉਹ ਬੜੀ ਸ਼ਾਨਦਾਰ ਹੈ। ਮਤਲਬ ਵੀ ਤੁਹਾਡੀ ਗੱਲ ਜਿਹੜੀ ਹੈ ਦੇਸ਼ ਵਿਦੇਸ਼ 'ਚ ਜਾਣੀ ਹੈ ਇੱਕ ਪਰਿਵਾਰ ਦੀ। ਸੰਵਾਦ ਅੱਜ ਕੱਲ੍ਹ ਤਾਂ ਇਹ ਹੈ ਵੀ ਜੇ ਘਰ ਦੇ 5 ਜੀਅ ਨੇ ਤੇ 5 ਜੇ ਘਰ ਨੇ ਤੇ ਮੋਬਾਈਲ ਫੜ ਕੇ ਵੱਖ-ਵੱਖ ਨੁੱਕਰ 'ਚ ਬੈਠੇ ਨੇ, ਇੱਕ ਦੂਜੇ ਨਾਲ ਗੱਲ ਕਰਨ ਦਾ ਟਾਈਮ ਨਹੀਂ। ਕਿਵੇਂ ਸੰਵਾਦ ਰਚਾ ਲੈਂਦੇ ਜੇ? ਤੁਸੀਂ ਵਕਾਲਤ ਵੀ ਕਰਦੇ ਜੇ, ਹੋਰ ਵੀ ਕੰਮ ਕਰਦੇ? ਬਿਲਕੁਲ ਠੀਕ ਹੈ। ਬਹੁਤ ਵੱਡਾ ਇੱਕ ਚੈਲੰਜ ਹੈ, ਬਹੁਤ ਵੱਡਾ ਇੱਕ ਕ੍ਰਾਈਸਿਸ ਹੈ ਇਸ ਵੇਲੇ, ਜਿੱਥੇ ਸਾਨੂੰ ਇਸ ਮਾਧਿਅਮ ਨੇ, ਸੋਸ਼ਲ ਮੀਡੀਆ ਨੇ ਬਹੁਤ ਸਾਰੀਆਂ ਬੈਨੀਫਿਟਸ ਵੀ ਦਿੱਤੇ ਨੇ, ਨੋ ਡਾਊਟ। ਅਸੀਂ ਬੜਾ ਕੁਛ ਜੋ ਗਿਆਨ ਪ੍ਰਾਪਤ ਕਰਦੇ ਹਾਂ, ਅਸੀਂ ਅੱਗੇ ਫੈਲਦੇ ਹਾਂ। ਪਰ ਜਦੋਂ ਅਸੀਂ ਉਹਦੇ 'ਤੇ ਹੀ ਮੁਨਸਰ ਕਰ ਜਾਂਦੇ ਹਾਂ, ਔਰ ਨਾਲ ਬੈਠਾ ਜਿਹੜਾ ਰਿਸ਼ਤਾ ਸਾਡਾ, ਜਿਹੜੀ ਉਹ ਬਿਲਕੁਲ ਅਸੀਂ ਫਿਜ਼ੀਕਲੀ ਬੈਠੇ ਹਾਂ, ਉਹਨੂੰ ਅਸੀਂ ਦਰਕਨਾਰ ਕਰ ਦਈਏ, ਉਹ ਬੜਾ ਫਿਰ ਇੱਕ ਖਤਰਨਾਕ ਰੁਝਾਨ ਬਣ ਜਾਂਦਾ। ਸੋ ਅਸੀਂ ਦੋਨਾਂ ਦਾ ਇੱਕ ਬੜਾ ਸੁਮੇਲ, ਬੜਾ ਤਾਲਮੇਲ ਬਿਠਾ ਕੇ ਅਸੀਂ ਚੱਲਦੇ ਹਾਂ। ਹਰ ਬੱਚੇ ਕੋਲ ਸਾਡੇ ਮੋਬਾਈਲ ਨੇ, ਹੋਰ ਨੇ, ਸੋਸ਼ਲ ਮੀਡੀਆ 'ਤੇ ਐਕਟਿਵ ਨੇ। ਪਰ ਜਿਹੜੀ ਅਸੀਂ ਦੱਸੀ ਹੈ ਵੀ ਜਿਹੜੀ ਸੰਵਾਦ ਹੈ, ਐਂਡ ਸਪੈਸ਼ਲੀ ਜਿਹੜਾ ਫਿਜ਼ੀਕਲ ਆਮਣੇ ਸਾਹਮਣੇ ਬਹਿ ਕੇ ਸੰਵਾਦ ਹੈ, ਉਹਨੂੰ ਅਸੀਂ ਮਿਸਿੰਗ ਨਹੀਂ ਕੀਤਾ ਕਦੇ ਵੀ। ਸਾਡੀਆਂ ਰਚਨਾਵਾਂ 'ਤੇ ਛਿਲਤਰਾਸ਼ ਹੁੰਦੀ ਹੈ, ਸਾਡੇ ਕੋਈ ਘਰੇਲੂ ਮਸਲਿਆਂ 'ਤੇ ਸਾਡੀ ਡਿਸਕਸ਼ਨਸ ਹੋ ਜਾਂਦੀਆਂ ਨੇ, ਅਤੇ ਉਹ ਵੀ ਅਸੀਂ ਵਾਦ ਵਿਵਾਦ 'ਚ ਵੀ ਅਸੀਂ ਪੈ ਜਾਂਦੇ ਹਾਂ। ਮਤਲਬ ਹਰੇਕ ਨੂੰ ਮੌਕਾ ਬੋਲੋ। ਪੂਰਾ ਡੈਮੋਕ੍ਰੇਸੀ ਪੂਰੀ ਹੈ ਜੀ। ਕੋਈ ਛੋਟਾ ਬੱਚਾ ਵੀ ਵੱਡੇ ਦੀ ਗੱਲ ਕੱਢ ਸਕਦਾ ਹੈ, ਵੱਡਾ ਵੀ ਡਾਂਟ ਸਕਦਾ ਹੈ। ਔਰ ਸਾਡੇ ਘਰ 'ਚ ਜੇ ਅਸੀਂ ਕਹਿੰਦੇ ਹਾਂ ਵੀ ਕੁੜੀਆਂ ਅਤੇ ਮੁੰਡੇ ਬਰਾਬਰ ਨੇ, ਅਤੇ ਜੇ ਕਿਸੇ ਗੱਲ 'ਤੇ ਮੁੰਡੇ ਨੂੰ ਥੱਪੜ ਪੈ ਸਕਦਾ ਤਾਂ ਸਾਡੇ ਕੁੜੀ ਨੂੰ ਵੀ ਥੱਪੜ ਪੈ ਸਕਦਾ ਹੈ।
ਅਸੀਂ ਬਰਾਬਰੀ ਇਹਨਾਂ ਦੀ ਇਸ ਪੱਧਰ ਤੱਕ ਵੀ ਰੱਖੀ। ਤੇ ਪੰਜਾਬੀ ਪਰਿਵਾਰਾਂ 'ਚ ਇਹ ਹੈ ਵੀ ਬਜ਼ੁਰਗਾਂ ਅੱਗੇ ਕੋਈ ਬੋਲਣਾ ਨਹੀਂ ਚਾਹੀਦਾ, ਕੋਈ ਅੱਖ ਨਹੀਂ ਚੱਕ ਸਕਦਾ, ਉਹ ਮਿੱਥ। ਦੇਖੋ ਜਿਹੜੀ ਇੱਕ ਲਿਹਾਜ਼ ਹੈ, ਇੱਕ ਰਿਸਪੈਕਟ ਹੈ, ਜੋ ਪ੍ਰੋਟੋਕਾਲ ਹੈ ਉਹ ਆਪਣੀ ਥਾਂ ਤੇ ਹੈ। ਪਰ ਜਦੋਂ ਅਸੀਂ ਕੋਈ ਡਿਸਕਸ ਕਰਦੇ ਹਾਂ ਉਸ ਵੇਲੇ ਫਿਰ ਕੋਈ ਜਿਹੜੀ ਉਹ ਰਿਲੇਸ਼ਨਸ ਦੀ ਇੱਕ ਲਿਹਾਜ਼ ਜੋ ਆਪਾਂ ਕਹਿ ਦਿੰਦੇ ਹਾਂ ਵੀ ਜਾਂ ਡਰ ਕਹਿ ਦਈਏ, ਉਸ ਕਿਸਮ ਦੀ ਭਾਵਨਾ ਕਿਸੇ 'ਚ ਨਹੀਂ ਹੈ। ਲੱਗਦਾ ਨਹੀਂ ਵੀ ਜਿਹੜਾ ਤੁਹਾਡੇ ਪਰਿਵਾਰ 'ਚ ਥੋੜ੍ਹਾ ਜਿਹਾ ਚੱਲ ਰਿਹਾ ਵੀ ਹਰੇਕ ਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ। ਪੰਜਾਬ 'ਚ ਪਿਛਲੇ ਸਮੇਂ 'ਚ ਸਿਆਸਤ ਦਾ ਅਖਾੜਾ ਜੇ ਦੇਖੀਏ, ਆਮ ਆਦਮੀ ਪਾਰਟੀ ਦਾ ਸਰਕਾਰ 'ਚ ਆਉਣਾ, ਅਕਾਲੀ ਦਲ, ਕਾਂਗਰਸ ਦਾ ਜਿਹੜੇ ਵੱਡੇ ਵੱਡੇ ਥੰਮ ਸੀ ਉਹਨਾਂ ਦਾ ਢਹਿ ਢੇਰੀ ਹੋ ਜਾਣਾ, ਵੀ ਹੁਣ ਲੱਗਦਾ ਵੀ ਪੰਜਾਬ 'ਚ ਵੀ ਪਰਿਵਾਰਾਂ 'ਚ ਖੁੱਲ੍ਹ ਲਿਆ ਸਿਆਸਤ ਬਾਰੇ ਚਰਚਾ ਕਰਨ ਦੀ। ਅੱਗੇ ਹੁੰਦਾ ਹੈ ਵੀ ਪਿਓ ਨੇ ਕਹਿਣਾ, ਬਜ਼ੁਰਗ ਨੇ ਕਹਿਣਾ ਵੀ ਫਲਾਣੇ ਤੇ ਮੋਹਰ ਲਾ ਦਿਓ, ਸਾਰੇ ਲਾ ਦਿੰਦੇ। ਹੁਣ ਤਾਂ ਕਿਤੇ ਚੁੱਲ੍ਹਿਆਂ ਤੇ ਡਿਸਕਸ਼ਨ ਹੁੰਦੀ ਹੈ। ਬਿਲਕੁਲ ਜੀ, ਇਸ ਗੱਲ ਦਾ ਬਹੁਤ ਵੱਡਾ ਫਰਕ ਪਿਆ। ਇਹਦੇ ਵਿੱਚ ਸੋਸ਼ਲ ਮੀਡੀਆ ਦਾ ਵੀ ਆਪਣਾ ਇੱਕ ਬੜਾ ਅਸਰ ਹੈ। ਔਰ ਜਿਹੜਾ ਸਾਡਾ ਯੂਥ ਨੂੰ, ਜਿਵੇਂ ਪੰਜਾਬ ਦੇ ਯੂਥ ਨੂੰ ਜਿਹਨੇ ਇੱਕ ਨੈਗੇਟਿਵ ਆਪਾਂ ਇੱਕ ਉਹਦਾ ਮੈਟਾਫਰ ਜਿਹਾ ਸਿਰਜ ਲਿਆ ਵੀ ਇਹ ਸਾਰੇ ਨਸ਼ੇੜੀ ਨੇ ਜੀ, ਸਾਰੇ ਦਿਸ ਇਜ਼ ਰੋਂਗ। ਸਾਡਾ ਯੂਥ ਬਹੁਤ ਕੰਪੀਟੈਂਟ ਯੂਥ ਹੈ। ਔਰ ਕਿਸੇ ਵੀ ਖਿੱਤੇ ਦਾ ਮੈਂ ਸਮਝਦਾ ਜਿਹੜਾ ਯੂਥ ਹੈ ਕੰਪੀਟੈਂਟ ਹੁੰਦਾ, ਪੋਟੈਂਸ਼ੀਅਲਫੁਲ ਹੁੰਦਾ। ਉਹਨੂੰ ਤੁਸੀਂ ਐਵੇਂ ਇੱਕ ਪਾਸੇ ਧੱਕ ਦਿਓ ਹਾਸ਼ੀਏ 'ਚ ਜਾਣ ਬੁੱਝ ਕੇ, ਕੈਲਕੂਲੇਟਿਵਲੀ। ਇਹ ਚੀਜ਼ਾਂ ਤੋਂ ਬੜੇ ਲੋਕ ਉੱਭਰੇ ਨੇ। ਉਹ ਅਸੀਂ ਆਉਂਦੇ ਜਿਹੜੇ ਆ ਪਿਛਲੇ ਸਮੇਂ ਨੇ, ਠੀਕ ਹੈ, ਤਬਦੀਲੀਆਂ ਰਾਜਨੀਤਿਕ ਨੇ ਆਉਂਦੀਆਂ ਨੇ, ਪਰ ਐਡੀ ਵੱਡੇ ਪੱਧਰ 'ਤੇ ਇੱਕ ਤਬਦੀਲੀ ਜਿਹੜੀ ਆ ਜਾਣੀ, ਇਹ ਯੂਥ ਦਾ ਇਹਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਰੋਲ ਹੈ। ਔਰ ਘਰਾਂ 'ਚ ਉਹ ਠੀਕ ਹੈ, ਥੋੜ੍ਹੀ ਗੱਲ ਉਹ ਪਿਰਤਾਂ ਜਿਹੜੀਆਂ ਨੇ ਹਟੀਆਂ ਨੇ ਵੀ ਬਜ਼ੁਰਗ ਨੇ ਕਹਿਤਾ, ਇਸ ਤਰ੍ਹਾਂ ਕਹਿਤਾ, ਲੋਕ ਡਿਸਕਸ ਕਰਦੇ ਨੇ, ਬੱਚੇ ਇਨਵੋਲਵ ਹੋ ਰਹੇ ਨੇ ਪ੍ਰੋਸੈਸ। ਇਹ ਅੱਛੀ ਗੱਲ ਹੈ। ਜਿਹੜੀ ਕਿ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਹੈ, ਤੁਸੀਂ ਜਦੋਂ ਗੱਲ ਕੀਤੀ ਵੀ ਕਦੇ ਡਿਫਰੈਂਸਿਸ ਆ ਜਾਂਦੇ ਨੇ, ਹੋਰ ਨੇ ਵੀ ਕੋਈ ਖਟਾਸ ਆ ਜਾਂਦੀ ਹੈ ਰਿਸ਼ਤਿਆਂ 'ਚ, ਸਾਡੇ ਮਨਭੇਦ ਨਹੀਂ ਹੁੰਦੇ ਕਦੇ ਵੀ, ਮਤਭੇਦ ਹੋ ਸਕਦੇ ਨੇ। ਹਾਂ, ਮਨਭੇਦ ਕਦੇ ਨਹੀਂ ਹੋਏ ਸਾਡੇ। ਰਿਤੂ, ਆਮ ਨਵੀਂ ਜਨਰੇਸ਼ਨ ਦੀ ਗੱਲ ਕਰੀਏ, ਤੈਨੂੰ ਦੇਖ ਕੇ ਤਾਂ ਲੱਗਦਾ ਵੀ ਜਿਵੇਂ ਅਸੀਂ ਗਲਤ ਆ। ਨਵੀਂ ਜਨਰੇਸ਼ਨ ਤੇ ਕਹਿੰਦੀ ਆ ਬੁੜਿਆਂ ਤੋਂ ਕੋਈ ਲੈਣਾ, ਹੈ ਨਾ, ਇਹਨਾਂ ਨੂੰ ਤਾਂ ਪਤਾ ਹੀ ਕੱਖ ਨਹੀਂ ਗਾ। ਪਰ ਤੁਸੀਂ ਕਹਿੰਦੇ ਜਿਵੇਂ ਵਸੀਅਤ ਹੀ ਬਜ਼ੁਰਗਾਂ ਤੋਂ ਲੈ ਕੇ ਅੱਗੇ ਵੱਧ ਰਹੇ ਆ। ਅੰਕਲ ਜਿਹੜੇ ਇਹ ਗੱਲ ਕਹਿੰਦੇ ਨੇ ਨਾ, ਸ਼ਾਇਦ ਉਹਨਾਂ ਨੇ ਐਕਸਪੀਰੀਅੰਸ ਨਹੀਂ ਕੀਤਾ ਗ੍ਰੈਂਡ ਪੇਰੈਂਟਸ ਆਪਣੇ ਘਰੇ ਹੋਣਾ। ਵੈਸੇ ਇਹ ਜਿਹੀ ਗੱਲ ਹੈ ਨਹੀਂ। ਜਿਹੜੇ ਮੇਰਾ ਫਰੈਂਡ ਸਰਕਲ ਹੈ, ਜਿਹੜੇ ਸਾਡੀ ਜਨਰੇਸ਼ਨ ਦੇ ਲੋਕ ਨੇ, ਉਹ ਤਾਂ ਬਲਕਿ ਚਾਹੁੰਦੇ ਨੇ ਮੇਰੇ ਘਰੇ ਆਉਂਦੇ ਨੇ, ਉਹ ਡੈਡੀ ਨੂੰ ਡੈਡੀ ਹੀ ਕਹਿੰਦੇ ਨੇ, ਅੰਕਲ ਨਹੀਂ ਕਹਿੰਦੇ। ਉਹ ਜ਼ਿਆਦਾ ਇਹਨਾਂ ਨਾਲ ਗੱਲਾਂ ਮਾਰਦੇ ਆ ਕੇ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਮਿਸਿੰਗ ਕੰਪੋਨੈਂਟ ਹੁੰਦਾ ਸਾਰਿਆਂ 'ਚ। ਬਸ ਕਹਿ ਸਕਦੇ ਆ ਵੀ ਕਈਆਂ ਦੇ ਫੈਮਿਲੀ ਪ੍ਰੋਬਲਮਸ ਹੋਣਗੀਆਂ, ਕਦੇ ਨਹੀਂ ਬਣਦੀ ਹੁੰਦੀ, ਉਹ ਡਿਫਰੈਂਟ ਚੀਜ਼ ਹੈ। ਬਟ ਮੇਨ ਸਟਰੀਮ ਇਹੀ ਆਈਡੀਆ ਹੈਗਾ ਕਿ ਗ੍ਰੈਂਡ ਪੇਰੈਂਟਸ ਦੀ ਵੈਲਿਊ ਹੁੰਦੀ ਹੈ, ਰਹਿੰਦੀ ਵੀ ਹੈ ਤੇ ਰਹਿਣੀ ਚਾਹੀਦੀ ਵੀ ਹੈ। ਤੇ ਮੈਨੂੰ ਨਹੀਂ ਲੱਗਦਾ ਇਹ ਕਲਚਰ ਸਾਡਾ ਕਦੇ ਐਸਾ ਹੋਊਗਾ ਜਿੱਥੇ ਅਸੀਂ ਐਜ਼ ਅ ਬੱਚੇ, ਐਜ਼ ਅ ਥਰਡ ਜਨਰੇਸ਼ਨ ਅਸੀਂ ਆਪਣੀ ਫਰਸਟ ਜਨਰੇਸ਼ਨ ਨੂੰ ਦਰਕਨਾਰ ਕਰਾਂਗੇ। ਮੈਨੂੰ ਨਹੀਂ ਲੱਗਦਾ। ਪੰਜਾਬ ਸਾਈਡ ਲਈ ਸੇ ਨਹੀਂ ਹੈ ਸਾਡਾ ਕਲਚਰ। ਰਾਗ, ਜੇ ਸਿੱਧੇ ਸ਼ਬਦਾਂ 'ਚ ਪੁੱਛੀਏ, ਤੁਸੀਂ ਆਪਣੀ ਵਿਰਾਸਤ ਜਿਹੜੀ ਹੈ, ਤੁਹਾਡੇ ਪਿਤਾ ਨੇ, ਤੁਹਾਡੇ ਦਾਦਾ ਨੇ, ਦਾਦੀ ਨੇ, ਇਹ ਵਿਰਾਸਤ ਤੋਂ ਹੁਣ ਤੱਕ ਕੀ ਗੇਨ ਕੀਤਾ, ਕੀ ਪ੍ਰਾਪਤ ਕੀਤਾ? ਇਸ ਵਿਰਾਸਤ ਤੋਂ ਅੰਕਲ ਮੇਨਲੀ ਜੋ ਅਸੀਂ ਗੇਨ ਕੀਤਾ ਹੈ, ਉਹ ਇਹੀ ਗੇਨ ਕੀਤਾ ਹੈ ਸਿੱਖ ਕੇ ਘਰੇ ਕਿ ਜੋ ਵੀ ਸਾਹਿਤ ਦਾ ਕੋਈ ਵੀ ਖੇਤਰ ਫੜ ਲਓ, ਤੁਸੀਂ ਕਹਾਣੀ ਫੜ ਲਓ, ਗੀਤ ਫੜ ਲਓ, ਬਟ ਤੁਹਾਡੀ ਜਿਹੜੀ ਰਚਨਾ ਹੋਣੀ ਚਾਹੀਦੀ ਹੈ, ਉਹਦੇ ਵਿੱਚ ਲੋਕਾਂ ਦੀ ਗੱਲ ਹੋਣੀ ਚਾਹੀਦੀ ਹੈ। ਲੋਕਾਂ ਦੀ ਗੱਲ ਕਰੋ। ਤੇ ਜਿਵੇਂ ਕਿ ਅੱਜ ਕੱਲ੍ਹ, ਜਿਵੇਂ ਮੈਂ ਹੁਣ ਗੀਤਕਾਰੀ ਕਰਦਾ, ਆਪਾਂ ਗੀਤ ਸੁਣਦੇ ਹਾਂ ਅੱਜ ਕੱਲ੍ਹ, ਜਿਹੜੇ ਕਿ ਅੱਜ ਕੱਲ੍ਹ ਵਾਇਲੈਂਸ ਵਾਲੇ ਗੀਤ ਨੇ, ਗਨ ਕਲਚਰ ਦਿਖਾਉਂਦੇ ਨੇ ਗੀਤ ਆਪਾਂ ਨੂੰ। ਅਤੇ ਅਸੀਂ ਘਰੇ ਬਹਿ ਕੇ ਇਹੀ ਗੱਲਾਂ ਸਾਨੂੰ ਮਤਲਬ ਵਿਰਾਸਤ ਦੇ ਵਿੱਚ ਇਹੀ ਸਿੱਖਣ ਨੂੰ ਮਿਲੀਆਂ ਨੇ ਕਿ ਜਿਹੜੇ ਤੁਹਾਡੇ ਟੌਪਿਕਸ ਹੋਣੇ ਚਾਹੀਦੇ ਨੇ, ਉਹ ਲੋਕਾਂ ਵਾਸਤੇ ਹੋਣੇ ਚਾਹੀਦੇ ਨੇ। ਲੋਕਾਂ ਵਾਸਤੇ ਕਲਾ ਕਰੋ। ਇਹ ਗੱਲਾਂ ਅਸੀਂ ਵਿਰਾਸਤ ਸਿੱਖਦੇ ਹਾਂ ਆਪਣੀ। ਇਹ ਸਿੱਖੀਆਂ ਤੁਸੀਂ। ਰੂਪ ਜੀ, ਗੱਲ ਮੁਕਾਈਏ ਆਪਾਂ ਹੁਣ। ਵੈਸੇ ਮੁਕਾਉਣ ਨੂੰ ਦਿਲ ਨਹੀਂ ਕਰਦਾ, ਇੰਨਾ ਖੂਬਸੂਰਤ, ਇੰਨਾ ਸੁੰਦਰ ਪਰਿਵਾਰ, ਸੋਹਣੀਆਂ ਗੱਲਾਂ। ਤੁਸੀਂ ਮੈਨੂੰ ਇਹ ਦੱਸੋ ਵੀ ਇਹ ਸਾਰੇ ਪਰਿਵਾਰ ਨੂੰ ਦੇਖ ਕੇ ਮੈਨੂੰ ਲੱਗਦਾ ਜਦੋਂ ਤੁਹਾਨੂੰ ਦੁਨੀਆ ਦੇਖੇਗੀ ਇਸ ਪਰਿਵਾਰ ਨੂੰ, ਤਾਂ ਸ਼ਾਇਦ ਇੱਕ ਨਵੀਂ ਲਹਿਰ, ਨਵੀਂ ਸੇਧ ਸਿਰਜੇਗੀ। ਇਹ ਸਾਰਾ ਕੁਛ ਤੁਸੀਂ ਪਰਿਵਾਰ ਨੂੰ ਜਿਹੜਾ ਇਸ ਲੀਹ 'ਤੇ ਤੋਰਿਆ, ਇਹ ਕੀ ਇੰਨੀ ਵੱਡੀ ਤਾਕਤ ਸੀ ਵੀ ਅੱਜ ਦੇ ਯੁੱਗ 'ਚ, ਆਧੁਨਿਕ ਯੁੱਗ 'ਚ ਵੀ ਤੁਸੀਂ ਆਪਣੇ ਪੋਤੇ ਪੋਤਰੀਆਂ ਜਿਹੜੀਆਂ ਉਹ ਵੀ ਆਪਣੀ ਲੀਹ 'ਤੇ ਪਾ ਲਈਆਂ? ਅਸਲ 'ਚ ਮੈਂ ਨਾ ਆਪਣੇ ਬੱਚਿਆਂ ਦੀ ਮਿਹਨਤ ਬਹੁਤ ਕਰਦਾ। ਇਹਨਾਂ ਦਾ ਮੈਂ ਹਰ ਤਰ੍ਹਾਂ ਦਾ ਖਿਆਲ ਰੱਖਦਾ। ਇਹਨਾਂ ਦਾ ਜਿੱਥੇ ਮੈਂ ਸੋਚਦਾ ਵੀ ਇਹਨਾਂ ਦੀ ਸਰੀਰਕ ਤੌਰ 'ਤੇ ਠੀਕ ਰਹਿਣ, ਖਾਣ ਪੀਣ ਠੀਕ, ਪਹਿਨਣ, ਉੱਥੇ ਮੈਂ ਦਿਮਾਗੀ ਸੋਚ ਦਾ ਬਹੁਤ ਮੇਰਾ ਫਿਕਰ ਹੁੰਦਾ ਹੈ ਵੀ ਇਹਨਾਂ ਦੀ ਸੋਚ ਠੀਕ ਹੋਵੇ। ਜਿਹੜੀ ਸੋਚ ਹੈ ਨਾ, ਉਹੀ ਮਨੁੱਖ ਦੀ, ਜੇ ਕਹਿਣਾ ਵੀ ਕੋਈ ਇਹ ਗਲਤ ਬੰਦਾ ਇਹ ਠੀਕ ਨਹੀਂ ਹੈ, ਉਹਦੀ ਸੋਚ ਗਲਤ ਹੁੰਦੀ ਹੈ। ਮੈਂ ਆਪਣੇ ਬੱਚਿਆਂ ਦੀ ਸੋਚ ਦਾ ਹੱਕ ਵੀ, ਇਹਦੀ ਸੋਚ ਠੀਕ ਪਾਸੇ ਚੱਲੇ,
ਕੋਈ ਬੱਚਾ ਜਦ ਮੇਰੇ ਕੋਲ ਆਉਂਦਾ ਕਦੇ ਵੀ ਕਿਸੇ ਤਰ੍ਹਾਂ ਜਦੋਂ ਵੀ ਮੇਰੇ ਕੋਲ ਬਹਿ ਕੇ ਆ ਕੇ ਉਹਦੇ ਨਾਲ ਮੈਂ ਗੱਲਬਾਤ ਆਹੀ ਕਰਨੀ ਹੈ। ਸੋ ਤੁਸੀਂ ਰੂਪ ਸਾਹਿਬ ਦੇ ਪਰਿਵਾਰ ਨੂੰ ਦੇਖਿਆ, ਇੱਕ ਖੂਬਸੂਰਤ ਪਰਿਵਾਰ ਜਿਹੜਾ ਮਿਲ ਬੈਠ ਕੇ ਹਰੇਕ ਮੁੱਦੇ ਉੱਪਰ ਸੰਵਾਦ ਰਚਾਉਂਦਾ, ਭਾਵੇਂ ਲੇਖਣੀ ਦੀ ਗੱਲ ਹੋਵੇ, ਭਾਵੇਂ ਨਾਟਕ ਦੀ ਗੱਲ ਹੋਵੇ, ਤੇ ਭਾਵੇਂ ਪੰਜਾਬ ਦੇਸ਼ ਤੇ ਦੁਨੀਆ ਦੇ ਕਿਸੇ ਮੁੱਦੇ ਦੀ ਗੱਲ ਹੋਵੇ। ਔਰ ਇਹ ਪਰਿਵਾਰ ਜਦੋਂ ਆਪਾਂ ਸਾਰੇ ਇਹਨੂੰ ਦੇਖਾਂਗੇ ਸੁਣਾਂਗੇ ਤੇ ਇੱਕ ਗੱਲ ਜ਼ਰੂਰ ਸਮਝ ਆਊਗੀ ਵੀ ਜੇ ਅਸੀਂ ਆਪਣੇ ਮੋਬਾਈਲ ਛੱਡ ਕੇ ਪਰਿਵਾਰ ਸਾਂਝੇ ਹੋ ਕੇ ਸੰਵਾਦ ਰਚਾਈਏ ਤੇ ਆਪਾਂ ਦੁਨੀਆ ਭਰ ਵਿੱਚੋਂ ਇੱਕ ਸ਼ਬਦ ਜਿਹੜਾ ਵੱਡੇ ਪੱਧਰ ਤੇ ਭਾਰੂ ਹੋ ਰਿਹਾ ਡਿਪਰੈਸ਼ਨ, ਉਹਨੂੰ ਜ਼ਰੂਰ ਦੂਰ ਕਰ ਸਕਦੇ ਹਾਂ।